ਗੁਰਬਾਣੀ ਸ਼ਬਦ ਵਿਚਾਰ। ਅੱਜ ਦਾ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹੋ ਵਾਰੀ ਜਿਉ ਵਾਰੀ, ਸੁਖ ਦਾਤਾ ਮਨ ਵਸਾਵਣਿਆ। ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦ ਸੁਣ ਤਿਸਾ ਮਿਟਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 121 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਜੋ ਰਹਾਉ ਪਾਵਨ ਪੰਕਤੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਸਮਝਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਹਉ ਵਾਰੀ ਜਿਉ ਵਾਰੀ, ਸੁਖ ਦਾਤਾ ਮਨ ਵਸਾਵਣਿਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ, ਉਹਨਾਂ ਤੋਂ ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੇ ਸੁੱਖਾਂ ਦੇ ਦਾਤੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ। ਕਿਉਂ ਵਾਰੇ ਜਾਣਾ? ਜਿਨ੍ਹਾਂ ਨੇ ਸੁੱਖਾਂ ਦਾ ਦਾਤਾ ਮਨ 'ਚ ਵਸਾਇਆ। ਇਹਦਾ ਮਤਲਬ ਅਗਰ ਦੁਨੀਆ ਵਿੱਚ ਸਮਾਜ ਦੇ ਵਿੱਚ ਅਸੀਂ ਵੇਖਾਂਗੇ ਤੇ ਕੋਈ ਆਪਣੇ ਮਨ ਵਿੱਚ ਕਿਸੇ ਨੂੰ ਵਸਾ ਕੇ ਬੈਠਾ ਹੈ, ਕੋਈ ਆਪਣੇ ਮਨ ਦੇ ਵਿੱਚ ਕਿਸੇ ਨੂੰ ਵਸਾ ਕੇ ਬੈਠਾ ਹੈ, ਪਰ ਉਹ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਸੁੱਖਾਂ ਦੇ ਦਾਤੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਹੈ। ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ। ਹਰ ਨਿਰਮਲ, ਹਰ ਪਰਮੇਸ਼ਵਰ ਹੈ ਜੋ ਪਵਿੱਤਰ ਹੈ। ਪਵਿੱਤਰ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜਨ ਲਈ ਗੁਰ ਸ਼ਬਦ ਸਲਾਹੀ, ਗੁਰੂ ਦੇ ਸ਼ਬਦ ਵਿੱਚ ਉਹਦੀ ਸਿਫਤ ਸਲਾਹ ਕਰਨੀ ਪਏਗੀ। ਜਿਹੜਾ ਹਰੀ ਪਾਕ ਪਵਿੱਤਰ ਹੈ,
ਗੁਰ ਸ਼ਬਦ ਸਲਾਹੀ, ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਦੀ ਸਿਫਤ ਸਲਾਹ ਕਰੀਏ, ਉਹਦੇ ਗੁਣ ਗਾਈਏ। ਤੇ ਜਿਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਕਰਤੇ ਦੀ ਸਿਫਤ ਕੀਤੀ, ਸ਼ਬਦੋ ਸੁਣ ਤਿਸਾ ਮਿਟਾਵਣਿਆ, ਤੇ ਸ਼ਬਦ ਨੂੰ ਸੁਣ ਕੇ ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਮਿਟਾ ਦਿੱਤਾ, ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਖਤਮ ਕਰ ਦਿੱਤਾ। ਹਉ ਵਾਰੀ ਜਿਉ ਵਾਰੀ। ਮਾਰੇ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ, ਗੁਰੂ ਦੇ ਸ਼ਬਦ ਰਾਹੀਂ ਸਿਫਤ ਕਰਕੇ, ਪਰਮੇਸ਼ਵਰ ਦੇ ਨਾਮ ਨੂੰ ਸੁਣ ਕੇ ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਮਿਟਾ ਕੇ ਜਿਹੜਾ ਸਬਰ ਸੰਤੋਖ ਵਾਲਾ ਜੀਵਨ ਬਣਾਇਆ, ਉਹਨਾਂ ਤੋਂ ਮੈਂ ਵਾਰੇ, ਉਹਨਾਂ ਤੋਂ ਮੈਂ ਸੱਦ ਕੇ ਜਾਂਦਾ ਹਾਂ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਸ਼ਬਦ ਹੈ ਇਹ ਮਾਇਆ ਦੇ ਤ੍ਰੈ ਗੁਣੀ ਮਾਇਆ ਦੀ ਮਲ ਤੋਂ ਰਹਿਤ ਹੈ। ਨਿਰਮਲ ਮਲ ਤੋਂ ਰਹਿਤ, ਜਿਹਨੂੰ ਪਵਿੱਤਰ ਕਹਿੰਦੇ ਆ। ਗੁਰੂ ਦਾ ਸ਼ਬਦ ਪਵਿੱਤਰ ਹੈ ਔਰ ਗੁਰੂ ਸਾਹਿਬ ਜੀ ਦੀ ਬਾਣੀ ਵੀ ਪਵਿੱਤਰ ਹੈ। ਭਾਵ ਬਾਣੀ ਦੇ ਵਿੱਚ ਜਿਹੜਾ ਸ਼ਬਦ ਹੈ, ਬਾਣੀ ਵੀ ਪਵਿੱਤਰ ਔਰ ਸ਼ਬਦ ਵੀ ਪਵਿੱਤਰ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਬਾਣੀਆਂ ਦੇ ਨਾਮ ਆਏ ਨੇ। ਜਪ ਅਸੀਂ ਸਤਿਕਾਰ ਦੇ ਵਿੱਚ ਜਪ ਜੀ ਸਾਹਿਬ ਆਖਦੇ ਹਾਂ। ਹੁਣ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਨੇ, ਉਹਦੇ ਵਿੱਚ ਸ਼ਬਦ ਨੇ। ਜਪ ਦੀ ਬਾਣੀ ਵੀ ਪਵਿੱਤਰ ਹੈ ਔਰ ਜਪ ਦੀ ਬਾਣੀ ਵਿੱਚ ਜਿੰਨੇ ਸ਼ਬਦ ਨੇ ਉਹ ਵੀ ਪਵਿੱਤਰ ਨੇ। ਆਸਾ ਕੀ ਵਾਰ ਦੀ ਬਾਣੀ ਹੈ ਜਾਂ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਤੇ ਉਹਨਾਂ ਵਿੱਚ ਜਿੰਨੇ ਵੀ ਸ਼ਬਦ ਨੇ ਉਹ ਬਾਣੀ ਵੀ ਪਵਿੱਤਰ ਹੈ ਤੇ ਸ਼ਬਦ ਵੀ ਪਵਿੱਤਰ ਹੈ। ਲਗਭਗ ਹਰ ਕੋਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ, ਇਹ ਬਾਣੀ ਹੈ ਸੁਖਮਨੀ। ਪਰ ਇਹਦੇ ਵਿੱਚ ਜਿੰਨੇ ਸ਼ਬਦ ਨੇ, ਭਾਵ ਸ਼ਲੋਕ, ਅਸ਼ਟਪਦੀਆਂ, ਇੱਕ ਇੱਕ ਸ਼ਬਦ ਜਿਹੜਾ ਉਹ ਪਵਿੱਤਰ ਹੈ। ਬਾਣੀ ਦੇ ਵਿੱਚੋਂ ਹੀ ਸਾਨੂੰ ਸ਼ਬਦ ਮਿਲਣਾ ਹੈ। ਇਸ ਲਈ ਮਹਾਰਾਜ ਨੇ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਵੀ ਨਿਖੇੜ ਗੁਰੂ ਅਮਰਦਾਸ ਮਹਾਰਾਜ ਨੇ ਕੀਤਾ ਕਿ ਜਿਹੜਾ ਪਵਿੱਤਰ ਬਾਣੀ ਹੈ ਉਸ ਬਾਣੀ ਵਿੱਚ ਹੀ ਜਿਹੜਾ ਸ਼ਬਦ ਹੈ ਉਹ ਪਵਿੱਤਰ ਹੈ, ਤੇ ਜਿਹੜੀ ਬਾਣੀ ਕੱਚੀ ਹੈ ਉਹਦੇ ਵਿੱਚ ਜਿਹੜੇ ਅਸੀਂ ਸ਼ਬਦ ਐਡ ਕੀਤੇ ਨੇ ਉਹ ਬਾਣੀ ਵੀ ਪਵਿੱਤਰ ਨਹੀਂ ਤੇ ਉਹ ਸ਼ਬਦ ਵੀ ਪਵਿੱਤਰ ਨਹੀਂ। ਇਸ ਲਈ ਸਾਹਿਬ ਕਹਿੰਦੇ ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਸਤਿਗੁਰੂ ਦੀ ਬਾਣੀ ਵੀ ਪਵਿੱਤਰ ਤੇ ਬਾਣੀ ਵਿੱਚ ਜਿਹੜਾ ਸ਼ਬਦ ਹੈ ਉਹ ਵੀ ਪਵਿੱਤਰ ਹੈ। ਨਿਰਮਲ ਜੋਤ ਸਭ ਮਾਹੇ ਸਮਾਣੀ। ਔਰ ਜਿਹੜੀ ਰੱਬੀ ਜੋਤ ਹੈ, ਜਿਹੜਾ ਰੱਬੀ ਨੂਰ ਹੈ, ਜਿਹੜਾ ਰੱਬੀ ਪ੍ਰਕਾਸ਼ ਹੈ, ਜੋ ਸਭਨਾਂ ਦੇ ਵਿੱਚ ਸਮਾਇਆ ਹੋਇਆ, ਉਹ ਵੀ ਪਵਿੱਤਰ ਹੈ। ਜਿਹੜੀ ਵਿਕਾਰਾਂ ਦੀ ਮੱਲ ਸਾਨੂੰ ਲੱਗੀ ਹੋਈ ਹੈ, ਮਤ ਕਰਕੇ, ਮਨ ਕਰਕੇ, ਕਿਉਂਕਿ ਮਨ ਵੀ ਸਾਡਾ ਮੈਲਾ ਹੈ ਤੇ ਮਤ ਵੀ ਸਾਡੀ ਮੈਲੀ ਹੈ।
ਅਸੀਂ ਮਤ ਕਰਕੇ ਵੀ ਮੈਲ ਨਾਲ ਭਰੇ ਹਾਂ ਤੇ ਮਨ ਕਰਕੇ ਵੀ ਮੈਲ ਨਾਲ ਭਰੇ ਹਾਂ। ਪਰ ਜਿਹੜਾ ਪਰਮੇਸ਼ਵਰ ਵਾਹਿਗੁਰੂ ਹੈ ਉਹਦਾ ਨਾਮ ਵੀ ਪਵਿੱਤਰ ਹੈ, ਉਹ ਆਪ ਵੀ ਪਵਿੱਤਰ ਹੈ। ਇਹ ਤ੍ਰੈ ਗੁਣੀ ਮਾਇਆ ਜਿਹੜੀ ਹੈ, ਰਜ ਗੁਣ, ਤਮ ਗੁਣ, ਸਤ ਗੁਣ, ਜਿਹਦੇ ਉੱਤੇ ਇਹਦਾ ਪ੍ਰਭਾਵ ਪੈ ਜਾਏ ਉਹਦਾ ਜੀਵਨ ਮੈਲਾ ਹੋ ਜਾਂਦਾ ਹੈ, ਉਹਦਾ ਜੀਵਨ ਅਤ ਮਲੀਨ ਹੋ ਜਾਂਦਾ ਹੈ। ਤੇ ਜਿਹੜਾ ਪਰਮੇਸ਼ਵਰ ਹੈ ਵਾਹਿਗੁਰੂ, ਉਸ ਮਾਲਕ ਦੇ ਉੱਤੇ ਤ੍ਰੈ ਗੁਣੀ ਮਾਇਆ ਦਾ ਜਿਹੜਾ ਲੇਪ ਹੈ ਉਹ ਨਹੀਂ ਲੱਗਦਾ। ਇਸੇ ਕਰਕੇ ਉਹ ਪਵਿੱਤਰ ਹੈ, ਉਹ ਨਿਰੰਜਨ ਅੰਜਨ ਤੋਂ ਰਹਿਤ ਹੈ। ਸਾਰਾ ਸੰਸਾਰ ਹੀ ਮੈਲਾ ਹੈ, ਵਿਕਾਰਾਂ ਦੀ ਮੈਲ ਨਾਲ ਭਰਿਆ ਪਿਆ। ਇਸ ਲਈ ਮਹਾਰਾਜ ਕਹਿੰਦੇ ਜੇ ਕੋਈ ਮਤ ਦੀ ਮਲ, ਮਨ ਦੀ ਮਲ ਨੂੰ ਧੋ ਸਕਦਾ ਹੈ ਤੇ ਉਹ ਪਵਿੱਤਰ ਨਾਮ, ਪਵਿੱਤਰ ਬਾਣੀ ਹੈ, ਹੋਰ ਕੋਈ ਦੂਸਰਾ ਤਰੀਕਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨਿਰਮਲ ਸ਼ਬਦ, ਨਿਰਮਲ ਹੈ ਬਾਣੀ। ਨਿਰਮਲ ਜੋਤ, ਜਿਹੜਾ ਰੱਬੀ ਨੂਰ ਹੈ ਉਹ ਵੀ ਪਵਿੱਤਰ ਹੈ। ਸਭ ਮਾਹੇ ਸਮਾਣੀ, ਉਹ ਰੱਬੀ ਨੂਰ, ਰੱਬੀ ਜੋਤ ਜੋ ਸਭਨਾਂ ਦੇ ਵਿੱਚ ਸਮਾਈ ਹੈ। ਅਸੀਂ ਮਨ ਕਰਕੇ ਮੈਲੇ ਹਾਂ, ਅਸੀਂ ਜੀਵ ਆਤਮਾ ਕਰਕੇ ਨਹੀਂ। ਮਨ ਜਿਹੜਾ ਇਹ ਮਨ ਵਿੱਚ ਸ਼ੁੱਧਤਾ ਚਾਹੀਦੀ ਹੈ। ਸਾਡੀ ਜੀਵ ਆਤਮਾ ਜਿਹੜੀ ਹੈ ਉਹ ਵਿਕਾਰਾਂ ਦੀ ਮਲ ਤੋਂ ਰਹਿਤ ਹੈ। ਇਸ ਲਈ ਉਹ ਰੱਬੀ ਨੂਰ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਵੀ ਪਵਿੱਤਰ ਹੈ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਹੇ ਪ੍ਰਾਣੀ, ਜੇ ਤੂੰ ਆਪਣੀ ਮਤ ਦੀ ਮਲ ਨੂੰ ਧੋਣਾ ਚਾਹੁੰਦਾ ਹੈ, ਜੇ ਤੂੰ ਆਪਣੇ ਮਨ ਵਿੱਚੋਂ ਦੀ ਗੰਦਗੀ, ਵਿਕਾਰਾਂ ਦੀ ਮਲ ਨੂੰ ਕੱਢਣਾ ਚਾਹੁੰਦਾ ਹੈ, ਤਾਂ ਫਿਰ ਇੱਕ ਕੰਮ ਕਰ, ਜਿਹੜੀ ਪਵਿੱਤਰ ਬਾਣੀ ਹੈ ਨਾ, ਪਵਿੱਤਰ ਬਾਣੀ ਵਿੱਚੋਂ ਹਰ ਸਾਲਾਹੀ ਤੂੰ ਹਰੀ ਦੀ ਸਿਫਤ ਸਲਾਹ ਕਰਿਆ ਕਰ। ਤੂੰ ਵਾਹਿਗੁਰੂ ਜੀ ਦੇ ਗੁਣ ਗਾਇਆ ਕਰ। ਜਪ ਹਰ ਨਿਰਮਲ, ਹਰੀ ਪਵਿੱਤਰ ਨਾਮ ਨੂੰ ਜਪ ਕੇ, ਜਪ ਦੇ ਪਾਨ ਅੱਖਰ ਨੂੰ ਸਿਹਾਰੀ ਜਪ ਕੇ, ਜਦੋਂ ਤੂੰ ਹਰੀ ਦੇ, ਪਰਮੇਸ਼ਵਰ ਦੇ ਪਵਿੱਤਰ ਨਾਮ ਨੂੰ ਜਪੇਂਗਾ ਤੇ ਬਾਣੀ ਦੇ ਰਾਹੀਂ ਉਹਦੀ ਸਿਫਤ ਸਲਾਹ ਨਾਲ ਜੁੜੇਂਗਾ, ਮੈਲ ਗਵਾਵਣਿਆ, ਤੂੰ ਸਾਰੀ ਆਪਣੀ ਮੈਲ ਮਨ ਤੇ ਮਤ ਵਿੱਚੋਂ ਦੀ ਦੂਰ ਕਰ ਲਏਗਾ। ਸਾਡੇ ਕੋਲ ਇੰਨੀ ਜੁਗਤੀ ਹੈ ਕਿ ਅਸੀਂ ਆਪਣੇ ਚਮੜੀ ਦੀ ਮਲ ਉਤਾਰ ਸਕਦੇ ਹਾਂ, ਕੱਪੜਿਆਂ ਦੀ ਮਲ ਉਤਾਰ ਸਕਦੇ ਹਾਂ, ਪਰ ਸਾਡੇ ਕੋਲ ਇੰਨੀ ਸਿਆਣਪ ਨਹੀਂ, ਇੰਨਾ ਗਿਆਨ ਨਹੀਂ ਕਿ ਅਸੀਂ ਆਪਣੇ ਮਤ ਤੇ ਮਨ ਨੂੰ ਵੀ ਸ਼ੁੱਧ ਕਰ ਸਕੀਏ, ਮਲ ਤੋਂ ਰਹਿਤ ਕਰ ਸਕੀਏ। ਇਸੇ ਲਈ ਗੁਰੂ ਸਾਹਿਬ ਮਹਾਰਾਜ ਨੇ ਸਮਝਾਇਆ ਕਿ ਅਸੀਂ ਆਪਣੇ ਮਤ ਤੇ ਮਨ ਨੂੰ ਵੀ ਸ਼ੁੱਧ ਕਰ ਸਕੀਏ, ਮਲ ਤੋਂ ਰਹਿਤ ਕਰ ਸਕੀਏ। ਇਸੇ ਲਈ ਗੁਰੂ ਸਾਹਿਬ ਮਹਾਰਾਜ ਨੇ ਸਮਝਾਇਆ ਕਿ ਤੂੰ ਰੋਜ਼ ਇਹ ਪੰਕਤੀਆਂ ਰਿਪੀਟ ਕਰਿਆ ਕਰ ਬਿਨਾਂ ਨਾਗਾ। ਰੋਜ਼ ਨਿਤ ਨੇਮ ਦੀ ਬਾਣੀ ਵਿੱਚ ਇਹਨਾਂ ਨੂੰ ਪੜ੍ਹਿਆ ਕਰ, ਰੋਜ਼ ਰਿਪੀਟ ਕਰਿਆ ਕਰ, ਤਾਂ ਕਿ ਇਹ ਗੱਲ ਤੇਰੇ ਦਿਮਾਗ ਵਿੱਚ ਚੰਗੀ ਤਰ੍ਹਾਂ ਵਸ ਜਾਏ। ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਕੇ। ਹੁਣ ਇਹਨੂੰ ਰੋਜ਼ ਰਿਪੀਟ ਇਸ ਲਈ ਕਰਨਾ ਸੀ ਵੀ ਸਾਨੂੰ ਇਹਦੀ ਵਿਚਾਰ ਸਮਝ ਵਿੱਚ ਆ ਜਾਏ। ਪਰ ਜਿਸ ਹਿਸਾਬ ਨਾਲ ਅਸੀਂ ਜਪਜੀ ਸਾਹਿਬ ਦਾ ਪਾਠ ਜਿੰਨੀ ਰਫ਼ਤਾਰ ਦੇ ਨਾਲ, ਤੇਜ਼ੀ ਨਾਲ ਅਸੀਂ ਕਰਦੇ ਹਾਂ, ਉਸ ਹਿਸਾਬ ਨਾਲ ਤੇ ਪਤਾ ਹੀ ਨਹੀਂ ਲੱਗਦਾ ਇਹ ਪੌੜੀ ਦਾ ਪਾਠ ਕਦੋਂ ਹੋ ਗਿਆ। ਉਸ ਹਿਸਾਬ ਨਾਲ ਤੇ ਪਤਾ ਹੀ ਨਹੀਂ ਲੱਗਦਾ ਇਹ ਪੰਕਤੀਆਂ ਕਦੋਂ ਲੰਘ ਗਈਆਂ। ਅਸੀਂ ਇੰਨਾ ਕੁ ਟਿਕਾ ਦੇ ਵਿੱਚ ਪਾਠ ਕਰੀਏ
ਕਿ ਸਾਨੂੰ ਇੱਕ ਇੱਕ ਪੰਗਤੀ ਦਾ ਅਰਥ ਵੀ ਨਾਲ ਸਮਝ ਵਿੱਚ ਆਵੇ। ਪਾਠ ਕਰਨ ਦਾ ਲਾਭ ਤਾਂ ਹੈ। ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਵੀ ਬੰਦਿਆ ਤੂੰ ਪਾਣੀ ਤੇ ਸਾਬਣ ਦੀ ਤੁਸੀਂ ਆਹ ਵਾਲਾ ਪ੍ਰੋਡਕਟ ਜਿਹੜਾ ਇਹ ਇਸਤੇਮਾਲ ਕਰੋ, ਤੁਹਾਡੀ ਚਮੜੀ ਵੀ ਨਿਖਰ ਜਾਏਗੀ, ਤੁਹਾਡਾ ਕੱਪੜਾ ਵੀ ਨਿਖਰ ਜਾਏਗਾ। ਰੋਜ਼ ਆਪਾਂ ਦੇਖਦੇ ਹਾਂ, ਰੋਜ਼ ਐਡ ਦੇਖਦੇ ਹਾਂ, ਕੱਪੜੇ ਨੂੰ ਨਿਖਾਰਨ ਦੇ ਦਾਅਵੇ ਵੀ ਹੋ ਰਹੇ ਆ, ਚਮੜੀ ਨੂੰ ਨਿਖਾਰਨ ਦੇ ਵੀ ਦਾਅਵੇ ਹੋ ਰਹੇ ਆ, ਪਰ ਕੋਈ ਇਹ ਦਾਅਵਾ ਨਹੀਂ ਕਰਦਾ ਕਿ ਸਾਡੇ ਕੋਲ ਐਸੀ ਸਮੱਗਰੀ ਹੈ ਜਿਹਦੇ ਨਾਲ ਤੁਹਾਡਾ ਮਨ ਵੀ ਨਿਖਰ ਜਾਏਗਾ, ਤੁਹਾਡੀ ਮੱਤ ਜਿਹੜੀ ਹੈ ਉਹਦੇ ਵਿੱਚ ਵੀ ਨਿਖਾਰ ਆ ਜਾਏਗਾ। ਕੋਈ ਐਸੀ ਸਮੱਗਰੀ ਨਹੀਂ, ਜੁਗਤੀ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਇੱਕੋ ਹੀ ਤਰੀਕਾ ਹੈ। ਉਹ ਤਰੀਕਾ ਹੈ ਇਹ ਪਵਿੱਤਰ ਬਾਣੀ ਦਾ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਜਿੰਨਾ ਚਿਰ ਅੰਦਰ ਨਾਮ ਦਾ ਰੰਗ ਨਹੀਂ ਚੜ੍ਹਦਾ, ਇਹ ਜਿਹੜੀ ਮਤ ਪਾਪ ਦੀ ਮੈਲ ਨਾਲ ਭਰੀ ਪਈ ਹੈ, ਭਾਂਡਾ ਅਤ ਮਲੀਨ ਹੋਇਆ ਪਿਆ। ਮਹਾਰਾਜ ਕਹਿੰਦੇ ਇਹ ਕਿਵੇਂ ਮਲ ਅੰਦਰੋਂ ਨਿਕਲੇਗੀ? ਜਿੰਨਾ ਚਿਰ ਤੂੰ ਨਾਮ ਦੇ ਰੰਗ ਵਿੱਚ ਨਹੀਂ ਰੰਗਦਾ, ਇਹ ਮੈਲ ਨਹੀਂ ਨਿਕਲਣੀ। ਜਦੋਂ ਤੂੰ ਬਾਣੀ ਦਾ ਅਭਿਆਸ ਕਰੇ, ਜਦੋਂ ਤੂੰ ਕਰਤੇ ਦੀ ਸਿਫਤ ਸਲਾਹ ਵਿੱਚ ਜੁੜੇ, ਤੇ ਜਦੋਂ ਤੂੰ ਉਹਦੇ ਨਾਮ ਨੂੰ ਜਪੇ, ਫਿਰ ਤੇਰੇ ਅੰਦਰੋਂ ਇਹ ਮੈਲ ਨਿਕਲ ਸਕਦੀ ਹੈ ਤੇ ਤੂੰ ਅੰਦਰੋਂ ਦੀ ਪਵਿੱਤਰ ਹੋ ਸਕਦਾ ਹੈ। ਹੁਣ ਜਿਹੜੇ ਅਡੰਬਰ ਅਸੀਂ ਬਾਹਰੋਂ ਰਚ ਕੇ ਦੁਨੀਆ ਨੂੰ ਧੋਖਾ ਦੇ ਰਹੇ ਹਾਂ, ਦੁਨੀਆ ਨੂੰ ਅਸੀਂ ਇੱਕ ਭਰਮ ਵਿੱਚ ਰੱਖ ਰਹੇ ਹਾਂ, ਕਿਉਂਕਿ ਦੁਨੀਆ ਪਹਿਰਾਵਾ ਵੇਖ ਕੇ ਹੀ ਮਹਾਨ ਉਦੋਂ ਵੀ ਕਹਿੰਦੀ ਹੈ, ਅੱਜ ਵੀ ਕਹਿ ਰਹੀ ਹੈ। ਬਾਹਰ ਦੇ ਅਡੰਬਰ ਵੇਖ ਕੇ, ਬਾਹਰ ਦਾ ਪਹਿਰਾਵਾ ਵੇਖ ਕੇ ਬੰਦਾ ਕਹਿੰਦਾ ਵੀ ਇਹ ਬੜਾ ਹੀ ਮਹਾਨ ਹੈ, ਪਰ ਸਾਹਿਬ ਕਹਿੰਦੇ ਗੱਲ ਕੱਪੜਿਆਂ ਦੀ ਨਹੀਂ, ਗੱਲ ਪਿਆਰ ਦੇ ਪਹਿਰਾਵੇ ਦੀ ਨਹੀਂ ਹੈ, ਗੱਲ ਤੇ ਅੰਦਰ ਦੇ ਕਰੈਕਟਰ ਦੀ ਹੈ, ਆਚਰਨ ਦੀ ਹੈ। ਰਾਤ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਕਰਮ ਮੰਦੇ ਤੇ ਚੰਗੇ ਕਿਵੇਂ ਬਣਦੇ ਆ, ਕਿਉਂਕਿ ਕਰਮ ਦਾ ਹੀ ਫਲ ਹੈ ਨਾ। ਮੰਦਾ ਕਰਮ ਕੀਤਾ ਤੇ ਮੰਦਾ ਫਲ, ਚੰਗਾ ਕਰਮ ਕੀਤਾ ਚੰਗਾ ਫਲ। ਪਰ ਇਹ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਕਦੇ ਆਪਾਂ ਬੈਠ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰੀਏ ਕਿ ਇਹ ਮੰਦਾ ਕਰਮ ਕਿੱਦਾਂ ਹੋਇਆ? ਕਿਉਂਕਿ ਸੋਚ ਮੰਦੀ ਸੀ। ਮਾੜੀ ਸੋਚ ਨੇ ਮਾੜਾ ਕਰਮ ਕਰਵਾਇਆ ਤੇ ਮਾੜਾ ਫਲ ਅੱਗੇ ਆਇਆ। ਚੰਗੀ ਸੋਚ ਨੇ ਚੰਗਾ, ਤਾਂ ਹੀ ਤੇ ਆਖਿਆ ਚੰਗਾ ਸੋਚਿਆ ਕਰੋ। ਚੰਗਾ ਤਾਂ ਹੀ ਸੋਚਾਂਗੇ ਜੇ ਚੰਗੀ ਸੰਗਤ ਵਿੱਚ ਉੱਠਾ ਬੈਠਾਂਗੇ, ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਹੁਣ ਜਿੱਦਾਂ ਦੀ ਸਾਡੀ ਸੋਚ ਹੋਏਗੀ, ਕਰਮ ਵੀ ਉਦਾਂ ਦਾ ਹੋਏਗਾ। ਜਿੱਦਾਂ ਦਾ ਕਰਮ ਹੋਏਗਾ, ਫਲ ਵੀ ਉਦਾਂ ਦਾ ਮਿਲੇਗਾ। ਇਸ ਲਈ ਮੰਦਾ ਸੋਚਾਂਗੇ ਤੇ ਮਾੜਾ ਕਰਮ ਕਰਾਂਗੇ ਤੇ ਮੰਦਾ ਹੀ ਫਲ ਮਿਲਣਾ। ਚੰਗਾ ਸੋਚਾਂਗੇ, ਚੰਗਾ ਕਰਮ ਕਰਾਂਗੇ ਤਾਂ ਚੰਗਾ ਹੀ ਫਲ ਮਿਲਣਾ। ਇਹ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ। ਤੇ ਜਿੱਦਾਂ ਦੀ ਸੋਚ ਹੈ, ਕਰਮ ਵੀ ਉਦਾਂ ਦਾ ਹੈ। ਫਿਰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕਿਉਂਕਿ ਸੋਚ ਜਿਹੜੀ ਹੈ ਉਹ ਸਾਡੀ ਆਪਣੀ ਹੈ। ਇਸ ਲਈ ਮਹਾਰਾਜ ਕਹਿੰਦੇ ਜੇ ਤੂੰ ਆਪਣੀ ਚੰਗੀ ਸੋਚ ਅੰਦਰ ਰੱਖਣਾ, ਕਿਉਂਕਿ ਭਾਂਡਾ ਮੈਲਾ ਹੋਏਗਾ ਤੇ ਸੋਚ ਚੰਗੀ ਹੋ ਨਹੀਂ ਸਕਦੀ। ਜੇ ਭਾਂਡਾ ਅਤ ਮਲੀਨ ਹੋਏਗਾ ਤੇ ਫਿਰ ਅੰਦਰ ਖਿਆਲ ਚੰਗੇ ਨਹੀਂ ਆ ਸਕਦੇ, ਫੁਰਨੇ ਚੰਗੇ ਨਹੀਂ ਬਣ ਸਕਦੇ, ਸੋਚ ਚੰਗੀ ਨਹੀਂ ਹੋ ਸਕਦੀ, ਤੇ ਫਿਰ ਕਰਮ ਚੰਗਾ ਕਿੱਥੋਂ ਹੋਏਗਾ? ਮਿੱਟੀ ਜਿੰਨੀ ਮਰਜ਼ੀ ਗੁਣਕਾਰੀ ਹੋਵੇ, ਜਿੰਨਾ ਮਰਜ਼ੀ ਜ਼ਮੀਨ ਵਿੱਚ ਮਿੱਟੀ ਵਿੱਚ ਗੁਣ ਹੋਵੇ, ਪਰ ਕੱਲੀ ਜ਼ਮੀਨ ਵਿੱਚ ਮਿੱਟੀ ਵਿੱਚ ਗੁਣ ਕੀ ਕਰੇਗਾ ਜੇ ਬੀਜ ਹੀ ਮਾੜਾ ਹੋਏਗਾ?
ਹੁਣ ਅਸੀਂ ਕਵਾਂਗੇ ਜੀ ਬੀਜ ਫਲ ਨਹੀਂ ਚੰਗਾ ਲੱਗਦਾ ਮਿੱਟੀ ਮਾੜੀ ਹੈ ਇਹ ਜ਼ਮੀਨ ਦੀ, ਇਹ ਜ਼ਮੀਨ ਨਹੀਂ ਚੰਗੀ, ਜ਼ਮੀਨ ਤਾਂ ਚੰਗੀ ਹੈ, ਮਿੱਟੀ ਵੀ ਚੰਗੀ ਹੈ, ਪਰ ਬੀਜ ਹੀ ਅਸੀਂ ਮਾੜਾ ਪਾਇਆ। ਹੁਣ ਆ ਵੀ ਤੇ ਮਿੱਟੀ ਹੈ ਨਾ, ਵੀ ਜ਼ਮੀਨ ਹੈ। ਸਾਡਾ ਇਹ ਸਰੀਰ ਮਿੱਟੀ ਦਾ ਬਣਿਆ ਹੋਇਆ, ਇਹ ਬਾਹਰੋਂ ਤੇ ਬੜਾ ਗੁਣਕਾਰੀ ਹੈ, ਬਾਹਰੋਂ ਦੇਖਣ ਵਿੱਚ ਤੇ ਬੜੇ ਗੁਣ ਨੇ, ਪਰ ਅੰਦਰ ਬੀਜ ਜਿਹੜਾ ਉਹ ਮਾੜਾ ਹੈ। ਤੇ ਫਲ ਸਰੀਰ ਕਰਕੇ ਨਹੀਂ ਲੱਗਣਾ, ਫਲ ਲੱਗਣਾ ਮਨ ਕਰਕੇ। ਸਾਡੇ ਮਨ ਵਿੱਚ ਕੀ ਚੱਲ ਰਿਹਾ, ਸਾਡੇ ਮਨ ਵਿੱਚ ਸੋਚ ਕਿੱਦਾਂ ਦੀ ਹੈ, ਅਸੀਂ ਸੋਚ ਕੀ ਰਹੇ ਹਾਂ, ਸਾਡੇ ਅੰਦਰ ਫੁਰਨੇ ਕਿੱਦਾਂ ਦੇ ਬਣ ਰਹੇ ਆ, ਸਾਡੇ ਅੰਦਰ ਖਿਆਲ ਕਿੱਦਾਂ ਦੇ ਆ ਰਹੇ ਆ, ਫਲ ਤੇ ਇਹਨੂੰ ਲੱਗਣਾ। ਜੇ ਸਰੀਰ ਕਰਕੇ ਫਲ ਲੱਗਦਾ ਹੋਵੇ ਫਿਰ ਤੇ ਮੰਦਾ ਕੋਈ ਵੀ ਨਹੀਂ ਹੈ, ਫਿਰ ਤੇ ਅਵਗੁਣਾ ਨਾਲ ਕੋਈ ਵੀ ਨਹੀਂ ਭਰਿਆ ਹੋਇਆ, ਫਿਰ ਬੁਰਿਆਈ ਵਿੱਚ ਤਾਂ ਕੋਈ ਵੀ ਨਹੀਂ ਹੈ। ਕਿਉਂਕਿ ਬਾਹਰ ਦਾ ਜੀਵਨ ਤਾਂ ਸਾਡਾ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ। ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਲੋਕਾਂ ਨੇ ਤਾਂ ਬਾਹਰ ਦੇ ਪਹਿਰਾਵੇ ਨੂੰ ਵੇਖ ਕੇ ਰੱਬ ਦਾ ਦਰਜਾ ਵੀ ਦੇਤਾ, ਕਿਉਂਕਿ ਸਾਡੀ ਅੱਖ ਬਾਹਰ ਵੇਖਦੀ ਹੈ ਤੇ ਬਾਹਰ ਦਾ ਪਹਿਰਾਵਾ ਕਈ ਤੇ ਰੱਬ ਦਾ ਦਰਜਾ ਦੇ ਦਿੰਦੇ ਆ। ਉਹ ਕਹਿੰਦੇ ਜੀ ਸਾਡੇ ਲਈ ਤਾਂ ਤੁਸੀਂ ਹੀ ਰੱਬ ਹੋ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਲੋਕ ਦਰਵੇਸ਼ ਕਹਿੰਦੇ ਆ, ਪਰ ਇਹ ਤਾਂ ਵੇਖੋ ਵੀ ਦਰਵੇਸ਼ ਵਾਲਾ ਗੁਣ ਅੰਦਰ ਹੈ ਕਿ ਨਹੀਂ ਆ, ਕਿਉਂਕਿ ਫਲ ਤਾਂ ਉਸ ਗੁਣ ਨੂੰ ਅਵਗਣ ਨੂੰ ਲੱਗਣਾ ਹੈ ਨਾ। ਇਸ ਲਈ ਮਹਾਰਾਜ ਕਹਿੰਦੇ ਤੂੰ ਆਪਣੇ ਅੰਦਰ ਨੂੰ ਇਹ ਪਵਿੱਤਰ ਹੋਣਾ ਚਾਹੁੰਦਾ ਹੈ ਤੇ ਪਹਿਰਾਵੇ ਕਰਕੇ ਤੂੰ ਅੰਦਰੋਂ ਪਵਿੱਤਰ ਨਹੀਂ ਹੋ ਸਕਦਾ। ਬਾਹਰ ਦੇ ਅਡੰਬਰ ਰਚ ਕੇ ਤੂੰ ਇਸ ਤਰ੍ਹਾਂ ਪਵਿੱਤਰ ਨਹੀਂ ਹੋ ਸਕਦਾ। ਪਵਿੱਤਰ ਹੋਣ ਵਾਸਤੇ, ਅੰਦਰ ਦੀ ਮੈਲ ਨੂੰ ਧੋਣ ਵਾਸਤੇ ਨਿਰਮਲ ਬਾਣੀ, ਤੈਨੂੰ ਆ ਪਵਿੱਤਰ ਬਾਣੀ ਦਿੱਤੀ ਹੈ। ਹਰ ਸਾਲਾਹੀ, ਇਸ ਪਵਿੱਤਰ ਬਾਣੀ ਦੇ ਰਾਹੀਂ ਤੂੰ ਉਸ ਕਰਤੇ ਦੀ ਸਿਫਤ ਸਲਾਹ ਕਰਿਆ ਕਰ, ਕਰਤੇ ਦੇ ਗੁਣ ਗਾਇਆ ਕਰ, ਉਹਦੀ ਸ਼ਲਾਘਾ ਕਰਿਆ ਕਰ। ਜਪ, ਫਿਰ ਜਪ ਕੇ ਹਰ ਨਿਰਮਲ ਮੈਲ ਗਵਾਵਣਿਆ। ਹਰੀ ਦੇ ਪਵਿੱਤਰ ਨਾਮ ਨੂੰ ਜਪ ਕੇ ਤੂੰ ਆਪਣੇ ਅੰਦਰ ਦੀ ਮੈਲ ਨੂੰ ਧੋ ਲੈ, ਆਪਣੇ ਅੰਦਰ ਦੀ ਮੈਲ ਨੂੰ ਖਤਮ ਕਰ ਦੇ, ਤਾਂ ਕਿ ਤੇਰਾ ਭਾਂਡਾ ਵੀ ਅੰਦਰੋਂ ਨਿਰਮਲ ਹੋ ਜਾਏ। ਜੇ ਤੂੰ ਅੰਦਰੋਂ ਮੈਲਾ ਰਹਿ ਗਿਆ, ਬਾਹਰੋਂ ਨਿਰਮਲ ਹੋ ਗਿਆ, ਤਾਂ ਫਿਰ ਮਹਾਰਾਜ ਕਹਿੰਦੇ ਇਹ ਜਨਮ ਸਵਾਰ ਕੇ ਨਹੀਂ, ਤਿੰਨੀ ਜਨਮ ਜੂਏ ਹਾਰਿਆ। ਉਹ ਫਿਰ ਆਪਣੇ ਜਨਮ ਦੀ ਬਾਜੀ ਹਾਰ ਕੇ ਜਾਂਦੇ ਆ, ਜਿਹੜੇ ਜੀਓ ਮੈਲੇ ਬਾਹਰੋਂ ਨਿਰਮਲ ਦੀ ਅਵਸਥਾ ਵਾਲੇ ਨੇ। ਜੇ ਅਸੀਂ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਣਾ ਚਾਹੁੰਦੇ ਹਾਂ, ਮਾਲਕ ਦੇ ਘਰ ਸਾਡੀ ਢੋਈ ਬਣ ਜਾਏ, ਤੇ ਮਹਾਰਾਜ ਕਹਿੰਦੇ ਫਿਰ ਜੀ ਅੰਦਰੋਂ ਬਾਹਰੋਂ ਨਿਰਮਲ ਹੋ। ਗੁਰੂ ਅਮਰਦਾਸ ਮਹਾਰਾਜ ਜੀ ਇਹ ਸਮਝਾਉਂਦੇ ਨੇ, ਪਹਿਲੇ ਪਦੇ ਸ਼ਬਦ ਦੀ ਆਰੰਭਤਾ ਜਿੱਥੋਂ ਹੁੰਦੀ ਹੈ ਕਿ ਸ਼ਬਦ ਵੀ ਪਵਿੱਤਰ ਹੈ, ਉਹਦੀ ਬਾਣੀ ਵੀ ਪਵਿੱਤਰ ਹੈ, ਉਹਦਾ ਜਿਹੜਾ ਨੂਰ ਪ੍ਰਕਾਸ਼ ਰੱਬੀ ਜੋਤ ਸਭਨਾਂ ਵਿੱਚ ਵਰਤ ਰਹੀ ਹੈ ਉਹ ਵੀ ਪਵਿੱਤਰ ਹੈ। ਇਸ ਲਈ ਤੇਰਾ ਮਨ ਹੀ ਮੈਲਾ ਹੋ ਗਿਆ, ਤੇਰੀ ਮਤ ਹੀ ਕੁਮੱਤ ਬਣ ਕੇ ਤੇਰੇ ਮਨ ਨੂੰ ਮੈਲਾ ਕਰ ਰਹੀ ਹੈ। ਜੇ ਤੂੰ ਆਪਣੇ ਮਤ ਵਿੱਚੋਂ ਦੀ ਵਿਕਾਰਾਂ ਦੀ ਮਲ, ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮਲ ਨੂੰ ਧੋਣਾ ਚਾਹੁੰਦਾ ਹੈ, ਪਵਿੱਤਰ ਹੋਣਾ ਚਾਹੁੰਦਾ ਹੈ, ਤੇ ਫਿਰ ਪਵਿੱਤਰ ਬਾਣੀ ਦੇ ਰਾਹੀਂ ਕਰਤੇ ਦੀ ਸਿਫਤ ਸਲਾਹ ਕਰਿਆ ਕਰ, ਤੇ ਉਹਦੇ ਨਾਮ ਨੂੰ ਜਪ ਕੇ ਤੂੰ ਆਪਣੇ ਅੰਦਰ ਦੀ ਮੈਲ ਨੂੰ ਧੋ ਲੈ, ਤੇਰੇ ਅੰਦਰ ਦਾ ਭਾਂਡਾ ਪਵਿੱਤਰ ਹੋ ਜਾਵੇਗਾ। ਨਿਰਮਲ ਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਹੁਣ ਜਿਨ੍ਹਾਂ ਨੇ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਿਆ, ਉਹਦੇ ਤੇ ਅਮਲ ਕੀਤਾ। ਹੁਣ ਜੋ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਜਾਂ ਰੋਜ਼ ਹੁਕਮ ਗੁਰੂ ਸਾਹਿਬ ਦਾ ਸੁਣਦੇ ਹਾਂ, ਤੇ ਜੇ ਸੁਣਦੇ ਹਾਂ ਤੇ ਉਹਦੇ ਤੇ ਅਮਲ ਵੀ ਕਰੀਏ। ਜੇ ਅਸੀਂ ਅਮਲ ਨਹੀਂ ਕਰ ਰਹੇ ਹਾਂ ਤੇ ਫਿਰ ਸਾਡੀ ਸੋਚ ਜਿੱਦਾਂ ਦੀ ਹੈ ਉੱਦਾਂ ਦੀ ਹੋਈ ਰਹਿਣੀ ਆ। ਸਾਡਾ ਸੁਭਾਅ ਜਿੱਦਾਂ ਦਾ ਹੈ ਉੱਦਾਂ ਦਾ ਹੀ ਰਹਿਣਾ ਹੈ। ਸਾਡੇ ਬਾਹਰੋਂ ਤਾਂ ਅਸੀਂ ਚੇਂਜ ਹੋ ਜਾਵਾਂਗੇ, ਬਦਲਾਵ ਲਿਆਵਾਂਗੇ, ਪਰ ਅੰਦਰ ਤਾਂ ਉਵੇਂ ਦਾ ਉਵੇਂ ਹੀ ਹੈ। ਬਾਹਰੋਂ ਤੇ ਅਸੀਂ ਸਭ ਕੁਝ ਬਦਲ ਰਿਹਾ, ਖਾਣ ਪੀਣ ਦਾ ਤੌਰ ਤਰੀਕਾ, ਉੱਠਣ ਬੈਠਣ ਦਾ, ਰਹਿਣ ਸਹਿਣ ਦਾ, ਬਸਤਰਾਂ ਦਾ ਡਿਜ਼ਾਈਨ, ਸਭ ਕੁਝ ਬਦਲ ਲਿਆ ਬਾਹਰੋਂ, ਪਰ ਅੰਦਰ ਵੇਖਿਆ ਜਾਏ ਤੇ ਉਵੇਂ ਦੇ ਉਵੇਂ ਹੀ ਹਾਂ। ਪਰ ਕਾਮਯਾਬੀ ਬਾਹਰੋਂ ਬਦਲਾਵ ਵਿੱਚ ਨਹੀਂ, ਬਾਹਰ ਦੀ ਕਾਮਯਾਬੀ ਬਾਹਰ ਹੈ, ਪਰ ਜੇ ਅਸੀਂ ਜੀਵ ਆਤਮਾ ਕਰਕੇ ਕਾਮਯਾਬ ਹੋਣਾ ਤਾਂ ਸਾਨੂੰ ਅੰਦਰੋਂ ਸੁਭਾਅ ਬਦਲਣਾ ਪੈਣਾ। ਸਾਨੂੰ ਆਪਣਾ ਜਿਹੜਾ ਉਹ ਆਚਰਣ ਜਿਹੜਾ ਉਹ ਚੰਗਾ ਬਣਾਉਣਾ ਪੈਣਾ। ਸਾਨੂੰ ਆਪਣੀ ਸੋਚ ਚੰਗੀ ਰੱਖਣੀ ਪੈਣੀ ਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਪਹਿਲੇ ਪਦੇ ਵਿੱਚ ਸਮਝਾਇਆ ਤੇ ਜਿਹਨੂੰ ਸਮਝ ਆ ਗਈ, ਮਹਾਰਾਜ ਕਹਿੰਦੇ ਨਿਰਮਲ ਨਾਮ ਵਸਿਆ ਮਨ ਆਏ। ਜਿਹਦੇ ਮਨ ਵਿੱਚ, ਨੰਨੇ ਨੂੰ ਸਿਹਾਰੀ ਹੈ, ਜਿਹਦੇ ਮਨ ਦੇ ਵਿੱਚ ਪਵਿੱਤਰ ਨਾਮ ਆ ਕੇ ਵਸ ਗਿਆ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਉਹਦੇ ਅੰਦਰੋਂ ਮਾਇਆ ਦਾ ਮੋਹ ਨਿਕਲ ਜਾਂਦਾ ਹੈ। ਤ੍ਰੈ ਗੁਣੀ ਮਾਇਆ ਦਾ ਮੋਹ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ। ਉਹ ਮਾਇਆ ਦੇ ਮੋਹ ਦੀ ਦਲਦਲ ਵਿੱਚੋਂ ਨਿਕਲ ਜਾਂਦਾ ਹੈ, ਚਿੱਕੜ ਵਿੱਚੋਂ ਨਿਕਲ ਜਾਂਦਾ ਹੈ। ਤੇ ਜਿਹੜਾ ਮਾਇਆ ਦਾ ਮੋਹ ਆਪਣੇ ਅੰਦਰੋਂ ਖਤਮ ਕਰ ਦਿੰਦਾ ਹੈ, ਉਹ ਮਨ ਦੇ ਨਾਲ ਨਾਲ ਤਨ ਕਰਕੇ ਵੀ ਪਵਿੱਤਰ ਹੋ ਜਾਂਦਾ ਹੈ। ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ ਕਿ ਸਾਡੀਆਂ ਅੱਖਾਂ ਬਾਹਰੋਂ ਜਿੰਨੀ ਮਰਜ਼ੀ ਸਾਫ਼ ਸੁਥਰੀਆਂ ਹੋਣ, ਪਰ ਜਿਹੜੀ ਗੰਦਗੀ ਅੰਦਰੋਂ ਆ ਰਹੀ ਹੈ ਇਹਨਾਂ ਅੱਖਾਂ ਵਿੱਚ, ਇਹ ਅੱਖਾਂ ਮੈਲਾ ਵੇਖ ਰਹੀਆਂ ਨੇ। ਜਿਹੜੇ ਸਾਡੇ ਕੰਨ ਨੇ, ਇਹਨੂੰ ਜਿੰਨੀ ਮਰਜ਼ੀ ਸਫਾਈ ਕਰਵਾ ਲਓ, ਜਿੰਨਾ ਮਰਜ਼ੀ ਸਾਡੇ ਕੰਨ ਸਾਫ਼ ਹੋ ਜਾਣ, ਪਰ ਜਿਹੜੀ ਸੁਣਨ ਵਾਲੀ ਮੈਲ ਅੰਦਰੋਂ ਆ ਰਹੀ ਹੈ। ਕਿਉਂਕਿ ਮਨ ਮੈਲਾ ਤਾਂ ਸਭ ਕੁਛ ਮੈਲਾ। ਜੇ ਮਨ ਹੀ ਮੈਲਾ ਹੈ ਤੇ ਸਾਡੇ ਕੰਨ ਵੀ ਮੈਲੇ ਨੇ, ਸਾਡੀ ਜ਼ੁਬਾਨ ਵੀ ਮੈਲੀ ਹੈ, ਸਾਡੀਆਂ ਇੰਦਰੀਆਂ ਮੈਲੀਆਂ ਨੇ। ਫਿਰ ਇਹ ਅੱਖਾਂ ਦੀ ਸਫਾਈ ਜਿੰਨੀ ਮਰਜ਼ੀ ਕਰ ਲਓ, ਜਿੰਨੀ ਮਰਜ਼ੀ ਅੱਖਾਂ 'ਚ ਦਵਾਈ ਪਾ ਕੇ ਜਾਲੇ ਹਟਾ ਲਓ, ਪਰ ਜਿਹੜੀ ਮਨ ਤੋਂ ਗੰਦਗੀ ਅੱਖਾਂ 'ਚ ਆ ਰਹੀ ਹੈ, ਅੱਖਾਂ ਪਵਿੱਤਰ ਕਿਵੇਂ ਹੋਣਗੀਆਂ? ਅੱਖਾਂ 'ਚ ਦਵਾਈ ਪਾਈ, ਜਾਲੇ ਨਹੀਂ ਹੁਣ ਪੈਂਦੇ, ਹੁਣ ਅੱਖਾਂ ਸਾਫ਼ ਰਹਿੰਦੀਆਂ ਨੇ, ਕੀ ਅੱਖਾਂ ਪਵਿੱਤਰ ਹੋ ਗਈਆਂ? ਸਾਡੇ ਮੁੱਖ, ਅਸੀਂ ਮੁੱਖ 'ਚ ਪਾਣੀ ਭਰ ਕੇ ਕੁਰਲੀ ਕਰਦੇ ਹਾਂ ਤੇ ਕੀ ਮੁੱਖ ਪਵਿੱਤਰ ਹੋ ਗਿਆ? ਇਸ ਮੁੱਖ ਤੋਂ ਪਤਾ ਨਹੀਂ ਅੰਦਰੋਂ ਕਿੰਨੇ ਗੰਦਲੇ ਭੈੜੇ ਮਾੜੇ ਬੋਲ ਨਿਕਲਦੇ ਆ। ਮਹਾਰਾਜ ਨੇ ਕਿਹੜੇ ਦੁਰਗੰਧ ਦੀ ਗੱਲ ਕੀਤੀ ਸੀ? ਜਿਹੜੀ ਮੂੰਹ ਵਿੱਚੋਂ ਆਉਣ ਵਾਲੀ ਆ ਨਹੀਂ, ਜਿਹੜੀ ਮਨ ਵਿੱਚੋਂ ਆਉਣ ਵਾਲੀ ਆ। ਮੁਖ ਆਵਤ ਤਾਂ ਕਹਿ ਦੁਰਗੰਧ, ਦੁਰਗੰਧ ਭੈੜੀ ਬਦਬੋ। ਬੰਦੇ ਨੇ ਮੂੰਹ ਖੋਲ ਕੇ ਚਾਰ ਬੋਲ ਬੋਲੇ ਤੇ ਸੁਣਨ ਵਾਲਾ ਕਹਿੰਦਾ ਬੜੀ ਬਦਬੋ ਆਉਂਦੀ ਹੈ ਤੇਰੇ ਮੂੰਹ ਚੋਂ। ਉਹ ਕਹਿੰਦਾ ਵੀ ਮੈਂ ਹੁਣੇ ਆਪਣਾ ਮੁੱਖ ਸਾਫ਼ ਕਰ ਲੈਣਾ, ਦੰਦ ਸਾਫ਼ ਕਰ ਲੈਣਾ ਜਾਂ ਗਰਾਰੇ ਕਰ ਲੈਣਾ, ਬਦਬੋ ਨਹੀਂ ਆਏਗੀ। ਉਹ ਕਹਿੰਦਾ ਨਹੀਂ, ਮੂੰਹ ਚੋਂ ਬਦਬੋ ਦਾ ਮਤਲਬ ਜਿਹੜੇ ਚਾਰ ਸ਼ਬਦ ਬੋਲੇ ਨੇ ਇਹ ਗੰਦਲੇ ਨੇ, ਤੇਰੇ ਬੋਲਾਂ ਵਿੱਚ ਗੰਦਗੀ ਭਰੀ ਹੋਈ ਆ। ਤੇਰੇ ਕੰਨ ਨਿੰਦਾ ਚੁਗਲੀ ਦੇ ਬੋਲ ਸੁਣ ਰਹੇ ਨੇ, ਇਹ ਗੰਦਲੇ ਨੇ। ਮਹਾਰਾਜ ਨੇ ਕਿਹਾ ਮੈਂ ਤੇ ਕਾਇਆ ਨੂੰ ਕੁਵਾਰਾ ਰੱਖਿਆ। ਹੁਣ ਅਸੀਂ ਕੁਵਾਰਾ ਸ਼ਬਦ ਉਹਦੇ ਲਈ ਵਰਤਦੇ ਹਾਂ ਜਿਹਦਾ ਵਿਆਹ ਨਾ ਹੋਇਆ ਹੋਵੇ। ਅਸੀਂ ਕਹਿੰਦੇ ਹਾਂ ਧੀ ਪੁੱਤ ਤੇ ਹਜੇ ਕੁਵਾਰਾ ਹੀ ਫਿਰਦਾ ਹੈ, ਮਤਲਬ ਜਿਹਦਾ ਵਿਆਹ ਨਾ ਹੋਵੇ। ਪਰ ਮਹਾਰਾਜ ਨੇ ਕੁਵਾਰਾ ਆਖਿਆ ਸੀ ਕਿ ਮੇਰੀਆਂ ਅੱਖਾਂ ਨੂੰ ਮੈਲ ਨੇ ਹਜੇ ਛੋਇਆ ਨਹੀਂ, ਕੰਨਾਂ ਨੂੰ ਹਜੇ ਮੈਲ ਨੇ ਛੋਇਆ ਨਹੀਂ, ਰਸਨਾ ਨੂੰ ਹਜੇ ਮੈਲ ਨੇ ਛੋਇਆ ਨਹੀਂ ਹੈ, ਇਹ ਗੰਦਗੀ ਨੇ ਹਜੇ ਛੋਇਆ ਨਹੀਂ ਹੈ। ਇਸ ਲਈ ਖਿੰਥਾ ਕਾਲ
ਕੁਆਰੀ ਕਾਇਆ ਜੁਗਤ, ਜੁਗਤੀ ਦੇ ਨਾਲ ਕੁਆਰੀ ਕਾਇਆ, ਆਪਣੀ ਕਾਇਆ ਨੂੰ ਕੁਆਰਾ ਰੱਖਿਆ, ਭਾਵ ਇਹ ਇੰਦਰੀਆਂ ਮੈਲੀਆਂ ਨਹੀਂ ਹੋਈਆਂ, ਇਹ ਇੰਦਰੀਆਂ ਬਿਲਕੁਲ ਸਾਫ਼ ਨੇ, ਅੱਖਾਂ ਵਿੱਚ ਮੈਲ ਨਹੀਂ ਆਉਂਦੀ, ਇਹਨੂੰ ਧੀ ਵਿੱਚੋਂ ਧੀ ਦਿਸਦੀ ਹੈ, ਇਹਨੂੰ ਭੈਣ ਵਿੱਚੋਂ ਭੈਣ ਦਿਸਦੀ ਹੈ, ਮਾਂ ਵਿੱਚੋਂ ਮਾਂ ਦਿਸਦੀ ਹੈ। ਇਹ ਕਦੇ ਵੀ ਕੰਨਾਂ ਨੇ ਨਿੰਦਾ ਬੋਲ, ਕਦੀ ਚੁਗਲੀ ਵਾਲੇ ਕਿਸੇ ਦੇ ਮਾੜੇ ਭੈੜੇ ਬੋਲ ਨਹੀਂ ਸੁਣੇ, ਰਸਨਾ ਤੋਂ ਕਦੇ ਵੀ ਮਾੜਾ ਬੋਲ ਨਹੀਂ, ਭੈੜਾ ਬੋਲ ਨਹੀਂ ਨਿਕਲਿਆ। ਇਸ ਲਈ ਇਹ ਜਿਹੜੀਆਂ ਕਾਇਆ ਹੈ ਇਹ ਕੁਆਰੀ, ਇਹ ਜੁਗਤੀ ਹੈ, ਇਹਨੂੰ ਜੁਗਤੀ ਨਾਲ ਹੀ ਕੁਆਰਾ ਰੱਖਿਆ ਜਾ ਸਕਦਾ, ਨਹੀਂ ਤੇ ਜਿਸ ਸਮਾਜ ਵਿੱਚ ਰਹਿੰਦੇ ਆ ਉੱਥੇ ਤੇ ਕੁਆਰਾ ਰੱਖਣਾ ਬੜਾ ਔਖਾ ਹੈ। ਜਿਸ ਮਾਹੌਲ ਦੇ ਵਿੱਚ ਆਪਾਂ ਰਹਿੰਦੇ ਆ, ਵਾਤਾਵਰਨ ਵਿੱਚ ਰਹਿੰਦੇ ਆ, ਉੱਥੇ ਤੇ ਅੱਖ ਨੱਕ ਕੰਨ ਮੂੰਹ ਨੂੰ ਆਪਣਾ ਵਿਕਾਰਾਂ ਦੀ ਮੱਲ ਤੋਂ ਨਿਰਲੇਪ ਰੱਖਣਾ ਬੜਾ ਔਖਾ ਹੈ। ਤਾਂ ਹੀ ਤੇ ਸਮਝਾਇਆ ਸੀ ਕਿ ਤੇਰੀਆਂ ਅੱਖਾਂ ਦੁਨੀਆ ਦੇ ਰੰਗ ਵੇਖ ਵੇਖ ਕੇ ਹਜੇ ਤੱਕ ਥੱਕੀਆਂ ਨਹੀਂ, ਐਨਕਾਂ ਲੱਗ ਗਈਆਂ, ਨਜ਼ਰ ਘਟ ਗਈ, ਪਰ ਅੱਖੀਂ ਵੇਖ ਨਾ ਰੱਜੀਆਂ। ਬਹੁ ਰੰਗ ਤਮਾਸ਼ੇ ਕਿਉਂ ਨਹੀਂ ਰੱਜੀਆਂ? ਕਿਉਂਕਿ ਅੰਦਰ ਜਿਹੜੀ ਮਨ ਵਿੱਚ ਮੱਲ ਭਰੀ ਪਈ ਹੈ ਨਾ, ਉਹ ਅੱਖਾਂ ਨੂੰ ਰੱਜਣ ਹੀ ਨਹੀਂ ਦਿੰਦੀਆਂ, ਉਹ ਅੱਖਾਂ ਨੂੰ ਰੱਜਣ ਹੀ ਨਹੀਂ ਦੇ ਰਹੀਆਂ। ਇਸ ਲਈ ਮਹਾਰਾਜ ਕਹਿੰਦੇ ਆ, ਗੰਦਗੀ ਤੇਰੇ ਮਨ ਵਿੱਚ ਹੈ, ਮੈਲ ਤੇਰੇ ਮਨ ਵਿੱਚ ਹੈ, ਖੋਟ ਤੇਰੇ ਮਨ ਵਿੱਚ ਹੈ। ਤੂੰ ਮਨ ਦੀ ਗੰਦਗੀ ਨੂੰ ਧੋ, ਮਨ ਦੀ ਮਲ ਨੂੰ ਧੋ। ਤੇ ਜਿਨ੍ਹਾਂ ਨੇ ਫਿਰ ਗੱਲ ਮੰਨੀ ਉਹਨਾਂ ਦੇ ਮਨ ਵਿੱਚ ਨਾਮ ਆ ਕੇ ਵਸ ਗਿਆ, ਜਿਨ੍ਹਾਂ ਦੇ ਨਾਮ ਮਨ ਵਿੱਚ ਆ ਕੇ ਵਸਿਆ ਉਹਨਾਂ ਨੇ ਮਾਇਆ ਦਾ ਮੋਹ ਆਪਣੇ ਅੰਦਰੋਂ ਖਤਮ ਕਰ ਦਿੱਤਾ। ਤੇ ਜਦੋਂ ਹੀ ਮਾਇਆ ਦਾ ਮੋਹ ਖਤਮ ਹੋਇਆ, ਮਨ ਤਨ ਨਿਰਮਲ, ਉਹ ਮਨ ਦੇ ਨਾਲ ਨਾਲ ਤਨ ਕਰਕੇ ਵੀ ਪਵਿੱਤਰ ਹੋ ਗਏ, ਉਹਨਾਂ ਦੀਆਂ ਇੰਦਰੀਆਂ ਵੀ ਪਵਿੱਤਰ ਹੋ ਗਈਆਂ। ਨਿਰਮਲ ਨਾਮ ਵਸਿਆ ਮਨ ਆਏ, ਪਵਿੱਤਰ ਨਾਮ ਜਿਹਦੇ ਮਨ ਵਿੱਚ ਵਸ ਗਿਆ ਉਹਦਾ ਮਨ ਤਨ ਪਵਿੱਤਰ ਹੋ ਗਿਆ ਤੇ ਮਾਇਆ ਮੋਹ ਗਵਾਏ, ਮਾਇਆ ਦਾ ਮੋਹ ਵੀ ਅੰਦਰੋਂ ਦੀ ਖਤਮ ਹੋ ਗਿਆ, ਮੁੱਕ ਗਿਆ। ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਫਿਰ ਜਿਹੜਾ ਮਨ ਤਨ ਕਰਕੇ ਨਿਰਮਲ ਹੋ ਗਿਆ, ਉਹ ਫਿਰ ਗੁਣ ਵੀ ਜਿਹੜੇ ਆ ਉਹ ਪਵਿੱਤਰ ਗੁਣ ਗਾਉਂਦਾ ਹੈ, ਮਲ ਤੋਂ ਰਹਿਤ ਵਾਲੇ ਪਰਮੇਸ਼ਵਰ ਦੇ ਗੁਣ ਗਾਉਂਦਾ ਹੈ। ਨਿਤ, ਇਹ ਨਹੀਂ ਕਦੇ ਕਦਾਈ, ਜਾਂ ਜਦੋਂ ਮਤਲਬ ਆਪਣਾ ਕੱਢਣਾ ਜਾਂ ਲੋੜ ਹੋਵੇ ਤਾਂ ਨਹੀਂ, ਨਿਤ। ਉਹ ਫਿਰ ਨਿਤ ਸੱਚੇ ਦੇ ਗੁਣ ਗਾਉਂਦਾ ਹੈ। ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਉਹਦੇ ਜੀਵਨ ਦਾ ਆਸਰਾ ਹੀ ਪਰਮੇਸ਼ਵਰ ਦਾ ਨਾਮ ਬਣ ਜਾਂਦਾ ਹੈ। ਉਹ ਉੱਠਦਿਆਂ ਬਹਿੰਦਿਆਂ ਦਿਨ ਰਾਤ ਫਿਰ ਸੱਚੇ ਦੇ ਗੁਣ ਗਾਉਂਦਾ ਹੈ। ਤੇ ਜਿਹੜੇ ਸੱਚੇ ਦੇ ਗੁਣ ਦਿਨ ਰਾਤ ਗਾਉਂਦਾ ਹੈ, ਨਿਤ ਗਾਉਂਦਾ ਹੈ, ਉਹਦੇ ਅੰਦਰ ਫਿਰ ਪਵਿੱਤਰ ਨਾਦ ਵੱਜਣ ਲੱਗ ਜਾਂਦਾ ਹੈ, ਉਹਦੇ ਅੰਦਰ ਅਨਹਦ ਧੁਨੀ ਚੱਲਣ ਲੱਗ ਜਾਂਦੀ ਹੈ, ਉਹਦੇ ਅੰਦਰ ਫਿਰ ਪਵਿੱਤਰ ਸ਼ਬਦ ਜਿਹੜਾ ਹੈ ਇਹਦੀ ਧੁਨ ਅੰਦਰ ਜਿਹੜੀ ਹੈ ਚੱਲਣ ਲੱਗ ਜਾਂਦੀ ਹੈ। ਅਸੀਂ ਰੋਜ਼ ਰੋਜ਼ ਸ਼ਬਦ ਦਾ ਅਭਿਆਸ ਇਸ ਲਈ ਕਰਨਾ ਕਿ ਇੱਕ ਦਿਨ ਇਹ ਪਵਿੱਤਰ ਸ਼ਬਦ ਦੀ ਧੁਨ ਸਾਡੇ ਦਿਲ ਦਿਮਾਗ ਵਿੱਚ ਚੱਲਣ ਲੱਗ ਜਾਏ। ਬਾਹਰੋਂ ਭਾਵੇਂ ਸਾਨੂੰ ਕੰਨਾਂ ਰਾਹੀਂ ਸ਼ਬਦ ਨਹੀਂ ਸੁਣ ਰਿਹਾ, ਪਰ ਅੰਦਰ ਸਾਡੇ ਸ਼ਬਦ ਚੱਲ ਰਿਹਾ ਹੈ। ਬਾਹਰੋਂ ਅਸੀਂ ਸ਼ਬਦ ਨਹੀਂ ਮੁਖ ਤੋਂ ਬੋਲ ਰਹੇ ਹਾਂ, ਪਰ ਅੰਦਰ ਸਾਡੀ ਉਹਦੀ ਧੁਨ ਚੱਲ ਰਹੀ ਹੈ। ਬਾਹਰੋਂ ਹੁਣ ਮੈਨੂੰ ਕੋਈ ਐਸਾ ਸਮਾਂ, ਕੋਈ ਐਸੀ ਜਗ੍ਹਾ ਮਿਲ ਜਾਏ ਜਿੱਥੇ ਨਾ ਕੀਰਤਨ ਹੋਵੇ, ਨਾ ਪਾਠ ਹੋਵੇ, ਨਾ ਗੁਰਬਾਣੀ ਦੇ ਸ਼ਬਦ ਦਾ ਅਭਿਆਸ, ਪਰ ਉੱਥੇ ਕੀ ਹੈ, ਮੇਰੇ ਅੰਦਰ ਸ਼ਬਦ ਦੀ ਧੁਨ ਚੱਲ ਰਹੀ ਹੈ। ਮਹਾਰਾਜ ਕਹਿੰਦੇ ਇਸ ਅਵਸਥਾ ਤੱਕ ਜਿਹੜਾ ਪਹੁੰਚ ਗਿਆ ਨਾ, ਫਿਰ ਉਹਨੂੰ ਦੁਬਾਰਾ ਵਿਕਾਰਾਂ ਦੀ ਮੱਲ ਨਹੀਂ ਲੱਗਦੀ। ਕਿਉਂਕਿ ਇਹ ਅਨਹਦ ਨਾਦ ਤੱਕ ਪਹੁੰਚਣ ਲਈ ਨਾ ਸਾਨੂੰ 3 ਵਾਰੀ ਪਵਿੱਤਰ ਹੋ ਕੇ ਪੁਨੀਤ ਹੋਣਾ ਪੈਣਾ। ਜਦੋਂ ਪੁਨੀਤ ਹੋਵਾਂਗੇ ਤਾਂ ਅਨਹਦ ਧੁਨੀ ਅੰਦਰ ਛਿੜਨੀ ਹੈ, ਤਾਂ ਅਨਹਦ ਨਾਦ ਸਾਡੇ ਅੰਦਰ ਇਹ ਵੱਜਣਾ ਹੈ।
ਹਜੇ ਅਸੀਂ ਪੁਨੀਤ ਨਹੀਂ ਆ। ਠੀਕ ਹੈ, ਇੱਕ ਤਲ ਤੇ ਪਵਿੱਤਰ ਹੋਏ ਹੋਵਾਂਗੇ, ਪਰ ਖਤਰਾ ਤੇ ਹਜੇ ਵੀ ਬਣਿਆ ਹੋਇਆ ਹੈ। ਜਿੰਨਾ ਚਿਰ ਪੁਨੀਤ ਨਹੀਂ ਨਾ ਹੁੰਦੇ, ਖਤਰਾ ਹੀ ਖਤਰਾ ਹੈ। ਕਿਸੇ ਵੇਲੇ ਵੀ ਪੈਰ ਫਿਸਲ ਸਕਦਾ ਹੈ, ਕਿਸੇ ਵੇਲੇ ਵੀ ਮਨ ਬੇਈਮਾਨ ਹੋ ਸਕਦਾ ਹੈ, ਕਿਸੇ ਵੇਲੇ ਵੀ ਮਨ ਡੋਲ ਸਕਦਾ ਹੈ, ਕਿਸੇ ਵੇਲੇ ਵੀ ਵਿਕਾਰਾਂ ਦੀ ਮੱਲ ਲੱਗ ਸਕਦੀ ਹੈ। ਜਦੋਂ ਪੁਨੀਤ ਹੋ ਗਏ ਫਿਰ ਖਤਰਾ ਖਤਮ ਹੈ, ਫਿਰ ਕੋਈ ਖਤਰਾ ਨਹੀਂ। ਤੁਸੀਂ ਮਾੜੀ ਸੰਗਤ ਵਿੱਚੋਂ ਵੀ ਲੰਘ ਜਾਓਗੇ ਨਾ, ਤੇ ਉਹਦਾ ਅਸਰ, ਉਹਦਾ ਪ੍ਰਭਾਵ ਤੁਹਾਡੇ ਤੇ ਨਹੀਂ ਹੋਏਗਾ ਜੇ ਤੁਸੀਂ ਪੁਨੀਤ ਹੋ ਚੁੱਕੇ ਹੋ। ਨਹੀਂ ਤਾਂ ਦੇਖੇ ਨੇ ਬਹੁਤ ਐਸੇ ਜੀਵਨ ਜਿਹੜੇ ਬਾਣੀ ਵੀ ਬੜੀ ਪੜ੍ਹਦੇ ਸਨ, ਸੇਵਾ ਵੀ ਬੜੀ ਕਰਦੇ ਸਨ, ਬਾਣੇ ਤੇ ਬਾਣੀ ਦੇ ਰੰਗ ਵਿੱਚ ਵੀ ਰੰਗੇ ਹੋਏ ਸਨ, ਤੇ ਅੱਜ ਜਦੋਂ ਉਹਨਾਂ ਦਾ ਜੀਵਨ ਵੇਖੀਦਾ, ਉਹਨਾਂ ਦਾ ਚਿਹਰਾ ਵੇਖੀਦਾ, ਉਹਨਾਂ ਦੀ ਸ਼ਕਲ ਸੂਰਤ ਵੇਖੀਦੀ ਹੈ, ਤੇ ਦੇਖ ਕੇ ਲੱਗਦਾ ਹੀ ਨਹੀਂ ਵੀ ਕਦੇ ਇਹ ਬਾਣੇ ਤੇ ਬਾਣੀ ਦੇ ਰੰਗ ਵਿੱਚ ਵੀ ਰੰਗਿਆ ਸੀ। ਇਹਦਾ ਮਤਲਬ ਕੁਝ ਹੱਦ ਤੱਕ ਪਵਿੱਤਰ ਹੋਇਆ ਸੀ, ਪਰ ਪੁਨੀਤ ਨਹੀਂ ਹੋ ਸਕਿਆ। ਇਸੇ ਕਰਕੇ ਇਹ ਫਿਰ ਆ ਕੇ ਵਿਕਾਰਾਂ ਦੀ ਮੱਲ ਨੇ ਆਪਣਾ ਅਸਰ ਦਿਖਾ ਦਿੱਤਾ। ਕਦੇ ਵੀ ਆਪਣਾ ਨਿਤਨੇਮ ਆਪਾਂ ਛੱਡੀਏ ਨਾ, ਵਿਸਰਨ ਨਾ ਦਈਏ। ਆਪਣੇ ਨਿਤ ਦਾ ਨੇਮ ਕਰਦੇ ਰਹੋ ਤਾਂ ਕਿ ਮਨ ਜਿਹੜਾ ਇਹ ਸਾਡਾ ਟਿਕਿਆ ਰਵੇ। ਜਿਸ ਦਿਨ ਨਿਤਨੇਮ ਤੁਸੀਂ ਛੱਡ ਦਿਓਗੇ, ਵਿਸਾਰ ਦਿਓਗੇ, ਬਸ ਉਸੇ ਵੇਲੇ ਮੱਲ ਫਿਰ ਇਕੱਠੀ ਹੋਣੀ ਸ਼ੁਰੂ ਹੋ ਜਾਣੀ ਹੈ। ਇਹ ਵੀ ਸ਼ਾਇਦ ਪਰਸੋਂ ਜ਼ਿਕਰ ਕੀਤਾ ਸੀ ਕਿ ਚੱਲਦਾ ਹੋਇਆ ਪਾਣੀ ਸਾਫ਼ ਸੁਥਰਾ ਰਹਿੰਦਾ ਹੈ ਕਿਉਂਕਿ ਉਹ ਚੱਲ ਰਿਹਾ ਹੈ, ਤੇ ਜਿੱਥੇ ਰੁਕ ਗਿਆ ਉੱਥੇ ਹੀ ਜਾਲੇ ਪੈਦਾ ਹੋ ਜਾਣੇ ਆ, ਉੱਥੇ ਹੀ ਬਦਬੂ, ਉੱਥੇ ਹੀ ਜਿਹੜੀ ਹੈ ਜੀਵ ਪੈਦਾ ਹੋ ਜਾਣੇ ਆ। ਤੁਸੀਂ ਨਿਤ ਦਾ ਨੇਮ ਕਰਦੇ ਰਹੋ, ਔਖਾ ਸਮਾਂ ਹੋਵੇ, ਸੌਖਾ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਜਿੱਦਾਂ ਦਾ ਮਰਜ਼ੀ ਸਮਾਂ ਹੋ ਜਾਏ, ਅਸੀਂ ਸਵੇਰੇ ਸ਼ਾਮ ਆਪਣੇ ਨਿਤ ਦਾ ਨੇਮ ਕਰਨਾ ਹੈ। ਕਈਆਂ ਦੇ ਘਰਾਂ ਵਿੱਚ 2 ਵਾਰੀ ਸਫਾਈ ਹੁੰਦੀ ਹੈ, ਸਵੇਰੇ ਵੀ ਹੁੰਦੀ ਹੈ ਤੇ ਸ਼ਾਮ ਨੂੰ। ਪੁੱਛਿਆ ਵੀ ਸਵੇਰੇ ਤਾਂ ਸਫਾਈ ਕੀਤੀ ਹੈ, ਝਾੜੂ ਪੋਚਾ, ਸ਼ਾਮ ਨੂੰ ਕਿਉਂ? ਕਹਿੰਦੇ ਸ਼ਾਮ ਤੱਕ ਫਿਰ ਇਹ ਸਾਡਾ ਘਰ ਅੰਦਰੋਂ ਵਿਹੜਾ ਮੈਲਾ ਹੋ ਗਿਆ, ਕਿਉਂਕਿ ਆਉਣਾ ਜਾਣਾ ਲੱਗਿਆ ਰਿਹਾ, ਜਿਹਦੇ ਕਰਕੇ ਮਿੱਟੀ ਧੂੜ ਫਿਰ ਆ ਗਈ। ਸ਼ਾਮ ਨੂੰ ਫਿਰ ਝਾੜੂ ਪੋਛਾ ਕਰਨ ਦੀ ਲੋੜ ਪਈ ਹੈ। ਅਸੀਂ ਕਹਿੰਦੇ ਹਾਂ ਸਵੇਰੇ ਪਾਠ ਕਰ ਹੀ ਲਿਆ, ਸ਼ਾਮ ਨੂੰ ਕੀ ਲੋੜ ਹੈ ਸੋਧਰ ਰਹਿਰਾਸ ਸਾਹਿਬ ਦੇ ਪਾਠ ਦੀ? ਮਾਰੇ ਕਹਿੰਦੇ ਸਾਰਾ ਦਿਨ ਸੰਸਾਰ ਵਿੱਚ ਵਿਚਰਿਆ ਹੈ, ਬੜੇ ਲੋਕ ਤੈਨੂੰ ਮਾੜੇ ਚੰਗੇ ਮਿਲੇ ਹੋਣਗੇ, ਕੁਝ ਮਾੜਿਆਂ ਦਾ ਅਸਰ ਵੀ ਤੇਰੇ ਅੰਦਰ ਹੋਇਆ ਹੋਏਗਾ, ਤੇ ਜਦੋਂ ਤੂੰ ਬੈਠ ਕੇ ਰੱਬੀ ਬਾਣੀ ਦਾ ਪਾਠ ਕਰੇਗਾ ਉਹ ਮੱਲ ਨਿਕਲ ਜਾਏਗੀ ਤੇਰੇ ਅੰਦਰੋਂ। ਤੇ ਜੇ ਤੂੰ ਨਹੀਂ ਕਰੇਗਾ ਫਿਰ ਮੱਲ ਇਕੱਠੀ ਹੁੰਦੀ ਇੱਕ ਦਿਨ ਭਾਂਡਾ ਅਤ ਮਲੀਨ, ਫਿਰ ਇਹ ਅਤ ਦਾ ਮਲੀਨ ਹੋ ਗਿਆ, ਧੋਣਾ ਔਖਾ ਹੋ ਜਾਏਗਾ। ਆ ਚਿੱਟੇ ਕੱਪੜੇ ਆ ਨਾ, ਜੇ ਥੋੜੇ ਜਿਹੇ ਮੈਲੇ ਹੋਣ ਤੇ ਥੋੜੇ ਸਮੇਂ 'ਚ ਹੀ ਸਾਫ਼ ਸੁਥਰੇ ਹੋ ਜਾਂਦੇ ਆ, ਤੇ ਜੇ ਬਿਲਕੁਲ ਮੈਲ ਨਾਲ ਕਾਲੇ ਹੋ ਜਾਣ ਤੇ ਫਿਰ ਘਰ ਦੇ ਵੀ ਕਹਿ ਜਾਂਦੇ ਆ ਵੀ ਸਾਡੇ ਕੋਲੋਂ ਰਗੜ ਕੇ ਨਹੀਂ ਧੋਤੇ ਜਾਂਦੇ। ਵੀ ਜਦੋਂ ਥੋੜੇ ਜਿਹੇ ਮੈਲੇ ਹੋਣ ਉਦੋਂ ਹੀ ਇਹਨੂੰ ਧੁਵਾ ਲਿਆ ਕਰੋ ਕਿਉਂਕਿ ਨਿਖਰ ਜਾਂਦੇ ਆ, ਪਰ ਜਦੋਂ ਇਹਨੂੰ ਮੈਲ ਲੱਗ ਕੇ ਕਾਲੇ ਹੋ ਜਾਣ ਫਿਰ ਇਹ ਧੋਣੇ ਔਖੇ ਆ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਨਿਤ ਦਾ ਨੇਮ ਕਦੇ ਨਹੀਂ ਤਿਆਗਣਾ ਆਪਾਂ, ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ। ਇਹ ਵਸਤ ਤਜੀ ਨ ਜਾਈ, ਨਿਤ ਰੱਖ ਉਰ ਧਾਰੋ। ਇਹਨੂੰ ਨਿਤ ਆਪਣੇ ਅੰਦਰ ਧਾਰਨ ਕਰੋ। ਜੇ ਅੰਦਰੋਂ ਪਵਿੱਤਰ ਸਾਫ਼ ਸੁਥਰੇ ਜੀਵਨ ਵਾਲੇ, ਆਪਾਂ ਉੱਚੇ ਸੁੱਚੇ ਕਰੈਕਟਰ ਵਾਲੇ ਬਣ ਕੇ ਰਹਿਣਾ ਚਾਹੁੰਦੇ ਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਜਿਨ੍ਹਾਂ ਨੇ ਮਨ ਵਿੱਚ ਪਵਿੱਤਰ ਨਾਮ ਵਸਾਇਆ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਗਏ, ਉਹ ਤਨ ਮਨ ਕਰਕੇ ਪਵਿੱਤਰ ਹੋ ਗਏ। ਤੇ ਫਿਰ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਉਹ ਫਿਰ ਨਿਤ ਗੁਣ ਗਾਉਂਦੇ ਨੇ ਸੱਚੇ ਦੇ। ਤੇ ਜਿਹੜੇ ਨਿਤ ਗੁਣ ਗਾਉਂਦੇ ਨੇ ਉਹ ਇੱਕ ਦਿਨ ਫਿਰ ਪਵਿੱਤਰ ਪੁਨੀਤ ਹੋ ਜਾਂਦੇ ਆ। ਤੇ ਜਿਹੜੇ ਪੁਨੀਤ ਹੋ ਜਾਂਦੇ ਆ ਫਿਰ ਨਿਰਮਲ ਨਾਦ ਵਜਾਵਣਿਆ, ਉਹਨਾਂ ਅੰਦਰ ਫਿਰ ਪਵਿੱਤਰ ਸ਼ਬਦ, ਪਵਿੱਤਰ ਨਾਮ ਦੀ ਧੁਨ ਅੰਦਰ ਵੱਜਣ ਲੱਗ ਜਾਂਦੀ ਹੈ।
ਸ਼ਬਦ ਦੀ ਧੁਨ ਅੰਦਰ, ਉਹਨਾਂ ਅੰਦਰ ਫਿਰ ਰਸ ਚੱਲਣ ਲੱਗ ਜਾਂਦਾ ਹੈ ਪਰਮੇਸ਼ਵਰ ਦੇ ਨਾਮ ਦਾ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿਥੈ ਮੋਹ ਨਾ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਹੁਣ ਜਦੋਂ ਮਹਾਰਾਜ ਨੇ ਕਿਹਾ ਕਿ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ, ਹੁਣ ਪੁੱਛਿਆ ਮਹਾਰਾਜ ਇਹ ਜਿਹੜਾ ਨਿਰਮਲ ਪਵਿੱਤਰ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਨਾਮ ਹੈ, ਇਹ ਮਿਲਣਾ ਕਿੱਥੋਂ ਹੈ, ਇਹਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਤੁਸੀਂ ਕਹਿ ਰਹੇ ਹੋ ਬਾਣੀ ਨਿਰਮਲ ਹੈ, ਤੁਸੀਂ ਕਹਿ ਰਹੇ ਹੋ ਸ਼ਬਦ ਨਿਰਮਲ ਹੈ, ਪਵਿੱਤਰ ਹੈ, ਤੁਸੀਂ ਆਖਦੇ ਹੋ ਵੀ ਜਿਹੜਾ ਮਨ ਵਿੱਚ ਵਸਾਏਗਾ ਉਹ ਵੀ ਪਵਿੱਤਰ ਜੀਵਨ ਵਾਲਾ ਹੋ ਜਾਏਗਾ। ਹੁਣ ਸਵਾਲ ਇਹ ਹੈ ਕਿ ਇਹ ਅੰਮ੍ਰਿਤ ਨਾਲ ਭਰਪੂਰ ਪਵਿੱਤਰ ਨਾਮ ਦੀ ਦਾਤ ਮਿਲਣੀ ਕਿੱਥੋਂ ਆ? ਸਾਹਿਬ ਕਹਿੰਦੇ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਗੁਰ ਤੇ ਪਾਇਆ, ਇਹ ਗੁਰੂ ਤੋਂ ਮਿਲਣਾ ਹੈ। ਜਿਹੜਾ ਅੰਦਰ ਨੂੰ ਪਵਿੱਤਰ ਕਰ ਦੇਣ ਵਾਲਾ, ਪੁਨੀਤ ਕਰ ਦੇਣ ਵਾਲਾ ਜਿਹੜਾ ਅੰਮ੍ਰਿਤ ਰਸ ਸੀ, ਜਿਹਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਿਹਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਆਪਣੀ, ਉਹਦੇ ਮਨ ਵਿੱਚ ਇਹ ਅੰਮ੍ਰਿਤ ਰਸ ਨਾਲ ਭਰਪੂਰ ਪਵਿੱਤਰ ਨਾਮ ਵਸ ਗਿਆ। ਇਹਦਾ ਮਤਲਬ ਪਹਿਲੀ ਗੱਲ ਤੇ ਗੁਰੂ ਤੋਂ ਮਿਲਣਾ ਹੈ। ਹੁਣ ਗੁਰੂ ਕੌਣ ਹੈ? ਕਿਉਂਕਿ ਗੁਰੂਆਂ ਦੀ ਵੀ ਭਰਮਾਰ ਹੈ ਇਸ ਦੁਨੀਆ ਦੇ ਵਿੱਚ। ਫਿਰ ਅਸੀਂ ਪੁੱਛਾਂਗੇ ਵੀ ਕਿਹੜਾ ਗੁਰੂ? ਸਭ ਕਹਿੰਦੇ ਰੋਜ਼ ਹੋਕਾ ਦਿੱਤਾ ਜਾਂਦਾ ਹੈ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਅਸੀਂ ਆਖਿਆ ਵੀ ਇਹ ਤਾਂ ਹੋਕਾ ਬੜੀ ਬਾਅਦ ਵਿੱਚ ਦਿੱਤਾ ਹੈ, ਪਰ ਨਹੀਂ, ਹੋਕਾ ਤਾਂ ਗੁਰੂ ਰਾਮਦਾਸ ਜੀ ਨੇ ਦੇ ਦਿੱਤਾ ਸੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਆਖਿਆ ਵੀ ਗੁਰੂ ਨਾਨਕ ਸਾਹਿਬ ਤੋਂ ਫਿਰ ਸ਼ੁਰੂ ਹੋਇਆ ਇਹ ਮਾਰਗ। ਤੇ ਕੀ ਹੋਕਾ ਗੁਰੂ ਨਾਨਕ ਸਾਹਿਬ ਨੇ ਨਹੀਂ ਦਿੱਤਾ? ਮਾਰੇ ਕਹਿੰਦੇ ਹੋਕਾ ਤੇ ਗੁਰੂ ਨਾਨਕ ਸਾਹਿਬ ਨੇ ਦੇ ਦਿੱਤਾ ਸੀ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਰ ਅਸੀਂ ਸਮਝੇ ਹੀ ਨਹੀਂ। ਮਹਾਰਾਜ ਨੇ ਪਹਿਲੇ ਜਾਮੇ 'ਚ ਹੀ ਕਹਿ ਦਿੱਤਾ ਸ਼ਬਦ ਗੁਰੂ। ਗੁਰੂ ਕੇ ਸਿੱਖੋ, ਮੇਰਾ ਮਕਸਦ ਹੈ ਤੁਹਾਨੂੰ ਸ਼ਬਦ ਗੁਰੂ ਨਾਲ ਜੋੜਨਾ, ਤੇ ਜੋੜਨਾ ਤੁਹਾਨੂੰ ਸੁਰਤ ਕਰਕੇ ਹੈ। ਤੁਸੀਂ ਸ਼ਬਦ ਤੇ ਸੁਰਤ ਦਾ ਸੁਮੇਲ ਕਰਨਾ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਰਸ ਨਾਲ ਭਰਪੂਰ ਪਵਿੱਤਰ ਨਾਮ ਹੈ, ਗੁਰ ਤੇ ਪਾਇਆ, ਇਹ ਗੁਰੂ ਤੋਂ ਪਾਇਆ ਜਾਣਾ ਹੈ। ਤੇ ਜਿਨ੍ਹਾਂ ਨੇ ਪਾਇਆ, ਵਿੱਚੋਂ ਆਪ ਮੂਆ, ਉਹਦਾ ਵਿੱਚੋਂ ਆਪਣਾ ਆਪਾ ਮਿਟ ਗਿਆ। ਅੰਦਰੋਂ ਹਉਮੈ ਹੰਕਾਰ ਦਾ ਨਾਸ਼ ਹੋ ਗਿਆ, ਉਹ ਅੰਦਰੋਂ ਮੁਰਦਾ ਹੋ ਗਿਆ। ਫਿਰ ਬੇਨਤੀ ਕਰਾਂ ਆਪ ਜੀ ਸੂਝਵਾਨ ਹੋ, ਸਰੀਰ ਦੇ ਮੁਰਦਾ ਹੋਣ ਤੋਂ ਪਹਿਲਾਂ ਕਿਉਂਕਿ ਇੱਕ ਦਿਨ ਇਹਨੇ ਮੁਰਦਾ ਹੋ ਜਾਣਾ, ਉਹ ਕਦੋਂ ਹੋਣਾ ਸਾਨੂੰ ਨਹੀਂ ਪਤਾ। ਕਿਹੜੀ ਘੜੀ ਕਿਹੜੇ ਪਲ ਹੋਣਾ ਸਾਨੂੰ ਨਹੀਂ ਪਤਾ, ਕਿ ਕਦੋਂ ਮਲਕਲ ਮੌਤ ਨੇ ਆ ਕੇ ਆਪਣਾ ਦਬਾਅ ਪਾ ਦੇਣਾ। ਸਰੀਰ ਦੇ ਮੁਰਦਾ ਹੋਣ ਤੋਂ ਪਹਿਲਾਂ ਆਪਾਂ ਮਨ ਕਰਕੇ ਮੁਰਦਾ ਹੋ ਕੇ ਗੁਰੂ ਦੇ ਮੁਰੀਦ ਬਣ ਜਾਈਏ। ਮਨ ਨੂੰ ਮੁਰਦਾ ਕਰਕੇ ਮੁਰੀਦ ਬਣ ਜਾਈਏ, ਤਾਂ ਫਿਰ ਸਰੀਰ ਮੁਰਦਾ ਹੋ ਜਾਏ ਤੇ ਕੋਈ ਪਰਵਾਹ ਨਹੀਂ। ਇਹ ਨਾ ਹੋਵੇ ਕਿ ਮਨ ਅੰਦਰ ਮੁਰਦਾ ਦਾ ਮਤਲਬ ਆਪਣਾ ਆਪਾ ਮਿਟਾਉਣਾ, ਹਉਮੈ ਹੰਕਾਰ ਨੂੰ ਅੰਦਰੋਂ ਮਾਰਨਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਨਹੀਂ ਮੁਰੀਦ ਬਣਿਆ ਜਾਣਾ। ਗੱਲਾਂ ਦੇ ਵਿੱਚ ਤੇ ਅਸੀਂ ਬੜੇ ਮਹਾਨ ਆ, ਪਰ ਗੱਲਾਂ ਨਾਲ ਨਹੀਂ। ਮਹਾਰਾਜ ਕਹਿੰਦੇ ਮੁਰਦਾ ਹੋਏ ਮੁਰੀਦ। ਭਾਈ ਸਾਹਿਬ ਜੀ ਕਹਿੰਦੇ ਮੁਰਦਾ ਹੋਏਗਾ ਤਾਂ ਮੁਰੀਦ ਬਣਿਆ ਜਾਣਾ, ਪਹਿਲਾ ਮਰਨ ਕਬੂਲ। ਇਹ ਮੁਰਦਾ ਹੈ। ਆਪਣਾ ਆਪਾ ਅੰਦਰੋਂ ਮਿਟਾਉਣਾ, ਆਪਣੇ ਅੰਦਰ ਦੇ ਹਉਮੈ ਹੰਕਾਰ ਨੂੰ ਮਿਟਾਉਣਾ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਖਿਆ
कि जिन्हां ने गुरु तो अमृत नाम लिया विचों आप मूआ, उन्हां ने उस पवित्र शब्द नाल अपने आपे नूं अंदरों मिटा दिता। तिथै मोह ना माया, तिथै वो जिहड़ा मानसिक मंडल है, जिथे वो मुर्दा हो गया अपना आपा मिटा के, वो कहंदे फिर उत्थे माया दे मोह दा लेप नहीं लगदा। माया दा मोह अपना जोर पाउंदा है, प्रभाव पाउंदा है, पर उहदे ते असर नहीं हुंदा। किदे ते? विचों आप मूआ, जिहड़ा शब्द विच जुड़ के जिन्हें अपने आपे नूं मिटा लिया, उत्थे माया दे मोह दा लेप हुंदा ही नहीं, लगदा ही नहीं है। निर्मल ज्ञान ध्यान अत निर्मल, निर्मल बाणी मन वसावणिया। जिन्हें पवित्र बाणी नूं अपने मन विच मन के वसा लिया, क्योंकि पहला मनांगे तां ही मन च वसना ना। जिहड़ी गल असीं मनदे ही नहीं आ, वो मन विच वसदी भी नहीं है। जिन्हें मन के अपने मन विच पवित्र नाम बाणी नूं वसा लिया, मारे कहंदे उन्हां नूं ज्ञान भी फिर पवित्र हुंदा है, क्योंकि ज्ञान मैला भी हुंदा है ते ज्ञान चंगा भी हुंदा है, माड़ा भी हुंदा है। अज जदों असीं अजोकी पीढ़ी दा हाल वेखदे हां ते इन्हां दी दिमागी हालत वेखदे हां, जिस तरह दा माहौल बनदा जा रहा है, किन्नी दिमाग विच गंदगी भरी पई है, पर घर विचों ते ज्ञान चंगा दिता जा रहा है। सोचण वाली गल है भी माँ बाप ते घर विच ज्ञान चंगा दे रहे हैं, ਸਕੂਲ ਵਿੱਚ भी ज्ञान इन्हां नूं चंगा दिता जा रहा है। फिर इन्हां दे दिमाग विच मैला ज्ञान कित्थों आ गया? ये मैला ज्ञान साडे इंटरनेट तो आया है। असीं मोबाइल तो चंगी चीज़ कढदे हां, पर मैली सामने आ जांदी है। इत्थों तक भी तुसीं गुरबाणी कीर्तन पाठ भी सुनना होवे ना, उहदे विच भी माया अपना रंग दिखा जा, वो माया ही है ना, वो भी अपना रंग विच दिखा जाती है। शब्द रुक जाता है तो माया अपना रंग दिखाउंदी है, ते फिर जिहड़ा ती उहदी पकड़ विच आ गया, वो फिर कीर्तन नहीं सुन सकता, फिर वो पाठ नहीं सुन सकेगा, क्योंकि उस माया दे मोह ने लपेट लिया। फिर चंगा ज्ञान लैण दे लई वो माड़े ज्ञान वाले पासे तुर पिया। और जदों अज देखीदा, एक तो वैसे साडा सिस्टम ना विगड़ चुका है, समय सिर सोना ते समय सिर जागना, ये तो हुण खत्म ही हो गया ना। समय सिर ना सोना, बजुर्ग ही ने जिहड़े समय सिर सौंदे आ ते समय सिर जागदे आ, क्योंकि उन्हां नूं पुरातन समय दे विच जिहड़ी अंदर रंगत लगी है ना, वो बहुता समा जाग भी नहीं सकते ते बहुता समा सौ भी नहीं सकते। पर साडे बच्चियां दी हालत, दिमागी हालत दिनों दिन कमज़ोर भी हो रही है ते दिमागी संतुलन बिगड़ भी रहा है। वैसे ही एक 2-2 बजे तक तो मोबाइल पिछा नहीं छड़ता। और हुण तो ऐसी ऐड आ रही है, शायद जिक्र किया होवे कि कहंदे जी जे तुहाडा 2 बजे नैट खत्म हो जाता ना, क्योंकि जो नैट ही नहीं चलेगा तो मोबाइल की करना है। जे तुहाडा 2 बजे नैट खत्म हो जाए तो तुहानू एक होर सहूलत दिती है, जो 2 बजे तो लैके 6 बजे तक तुसी नैट चला सकते हो। इहदा मतलब बच्चे नू सौण नहीं देना इन्हां ने। जे वो किते 2 तो 6 दे विच चलो कुछ सौ भी जाएगा, पर उन्होंने ऐसी सहूलत देती, वो जिहड़ा 2 बजे सौना सी वो भी गया। हुण जे रात सारी सोएगा ही नहीं, फिर दिमागी संतुलन तो आपे ही बिगड़ना है, फिर दिमागी हालत तो आपे ही इन्हां दी खराब होनी है। फिर गंदगी तो दिमाग विच आपे ही भरनी है, फिर जिद्दां दी गंदगी भरनी है, करतूतां दी उदां दियां ही होणीआं। इहदा मतलब कि साडा सब तो वड्डा नुकसान इहदे राही हो रहा है। लाभ भी हो रहा है, पर नुकसान वध हो रहा है। इसलिए महाराज ने आख्या भी जदों निर्मल बाणी मन वसावणिया, जदों पवित्र बाणी अपने मन विच वसाओगे, की होएगा? निर्मल ज्ञान, तुहानू पवित्र ज्ञान मिलेगा।
ਤੁਹਾਨੂੰ ਸਾਫ਼ ਸੁਥਰਾ ਗਿਆਨ ਮਿਲੇਗਾ। ਧਿਆਨ ਅਤ ਨਿਰਮਲ, ਤੇ ਧਿਆਨ ਕੀ ਹੁੰਦਾ? ਧਿਆਨ ਵਿੱਚ ਫੁਰਨੇ ਚੱਲ ਰਹੇ ਆ, ਧਿਆਨ ਵਿੱਚ ਤਸਵੀਰਾਂ ਬਣ ਰਹੀਆਂ ਨੇ। ਤੇ ਬੰਦੇ ਦੇ ਜਦੋਂ ਧਿਆਨ ਵਿੱਚ ਬਹੁਤ ਕੁਝ ਚੱਲਦਾ ਹੋਵੇਗਾ ਤੇ ਫਿਰ ਉੱਥੇ ਕੀ ਹੋਏਗਾ? ਉੱਥੇ ਗੰਦਗੀ ਇਕੱਠੀ ਹੋਏਗੀ। ਕਈ ਵਾਰੀ ਐਸਾ ਵੀ ਹੋਇਆ ਕਿ ਬਾਹਰੋਂ ਵੇਖਣ ਨੂੰ ਧਰਮੀ ਲੱਗਦਾ, ਪਰ ਧਿਆਨ ਜਿਹੜਾ ਉਹ ਵਿਕਾਰਾਂ ਵਾਲੇ ਪਾਸੇ ਆ। ਹੁਣ ਜਿੱਦਣ ਸਾਡੀ ਸੁਰਤ ਹੋਏਗੀ, ਧਿਆਨ ਹੋਏਗਾ, ਤਸਵੀਰ ਵੀ ਦਿਮਾਗ ਵਿੱਚ ਉਦਾਂ ਦੀ ਹੀ ਬਣਨੀ ਆ। ਅੱਖਾਂ ਭਾਵੇਂ ਖੁੱਲੀਆਂ ਨੇ, ਪਰ ਅੱਖਾਂ ਅੱਗੇ ਸੀਨ ਉਹੀ ਚੱਲ ਰਿਹਾ ਜੋ ਧਿਆਨ ਵਿੱਚ ਚੱਲ ਰਿਹਾ ਹੈ। ਮਹਾਰਾਜ ਕਹਿੰਦੇ ਤੁਸੀਂ ਧਿਆਨ ਕਰਕੇ ਵੀ ਅਤ ਨਿਰਮਲ ਹੋ ਜਾਓਗੇ। ਤੁਹਾਡੇ ਧਿਆਨ ਵਿੱਚ ਵੀ ਕਦੇ ਮੈਲ ਨਹੀਂ ਆਏਗੀ, ਤੁਹਾਡੇ ਸੁੱਤੇ ਪਏ ਸੁਪਨੇ ਵਿੱਚ ਵੀ ਕਦੇ ਮੈਲ ਨਹੀਂ ਆਏਗੀ ਵਿਕਾਰਾਂ ਦੀ, ਜੇ ਤੁਸੀਂ ਆਪਣੇ ਮਨ ਵਿੱਚ ਮੰਨ ਕੇ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜੇ ਇਹਨੂੰ ਮਨ ਕਰਕੇ ਮਨ 'ਚ ਵਸਾ ਲਓਗੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ, ਫਿਰ ਤੁਸੀਂ ਗਿਆਨ ਕਰਕੇ ਵੀ ਪਵਿੱਤਰ, ਭਾਵ ਤੁਹਾਡਾ ਗਿਆਨ ਵੀ ਅੰਦਰ ਨਿਰਮਲ ਹੋਏਗਾ। ਧਿਆਨ ਅਤ ਨਿਰਮਲ, ਤੇ ਤੁਹਾਡਾ ਧਿਆਨ ਵੀ ਅਤ ਦਾ ਨਿਰਮਲ ਹੋ ਜਾਏਗਾ। ਭਾਵ ਤੁਹਾਡੇ ਅੰਦਰ ਫਿਰ ਗੰਦਲਾ ਗਿਆਨ, ਭੈੜਾ ਗਿਆਨ ਨਹੀਂ ਆਏਗਾ। ਤੁਹਾਡਾ ਧਿਆਨ, ਤੁਹਾਡੇ ਧਿਆਨ ਵਿੱਚ ਕਦੇ ਵੀ ਵਿਕਾਰਾਂ ਦੀ ਮੱਲ ਨਹੀਂ ਆਏਗੀ, ਜੇ ਤੁਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇਸ ਪਵਿੱਤਰ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਵੋਗੇ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉਮੈ ਮੈਲ ਗੁਰ ਸ਼ਬਦੇ ਧੋਵੈ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੇ ਸੁਭਹ ਪਾਵਣਿਆ। ਗੁਰੂ ਰਾਮਦਾਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਚੌਥੇ ਪਦੇ ਵਿੱਚ ਕਿਰਪਾ ਕਰਦੇ ਨੇ ਕਿ ਇਹ ਤੇ ਸੁਭਾਵਕ ਹੈ। ਤੁਸੀਂ ਜਿੱਦਾਂ ਦਾ ਨਾਮ ਜਪੋਗੇ ਉਦਾਂ ਦੀ ਹੀ ਹਾਲਤ ਤੁਹਾਡੀ ਮਾਨਸਿਕ ਮੰਡਲ ਦੀ ਹੋਣੀ ਹੈ। ਫਿਰ ਬੇਨਤੀ ਕਰਾਂ, ਜਿੱਦਾਂ ਦੀ ਸੰਗਤ ਕਰਾਂਗੇ ਰੰਗਤ ਉਦਾਂ ਦੀ ਆਉਣੀ ਹੈ। ਹੁਣ ਜਿਹਨੇ ਖੰਡੇ ਦੀ ਪੌਲ ਲਈ ਹੋਵੇ, ਜਿਹੜਾ ਬਾਣੇ ਤੇ ਬਾਣੀ ਦਾ ਅਦਬ ਰੱਖ ਕੇ ਜੀਵਨ ਜਿਉਂਦਾ ਹੋਵੇ, ਤੁਸੀਂ 4 ਦਿਨ ਉਹਦੇ ਕੋਲ ਉੱਠੋ ਬੈਠੋਗੇ, ਤੁਹਾਡਾ ਵੀ ਮਨ ਕਰਨ ਲੱਗ ਜਾਏਗਾ ਵੀ ਮੈਂ ਵੀ ਖੰਡੇ ਦੀ ਪੌਲ ਲਵਾਂ, ਮੈਂ ਵੀ ਇਹਦੇ ਵਾਂਗ ਬੰਦਗੀ ਕਰਾਂ, ਨਿਤਨੇਮ ਕਰਾਂ, ਸੇਵਾ ਕਰਾਂ। ਤੇ ਜੇ ਤੁਸੀਂ 4 ਦਿਨ ਨਸ਼ੇੜੀ ਕੋਲ ਬੈਠ ਜਾਓ, ਜਿਹੜਾ ਨਸ਼ਾ ਕਰਨ ਵਾਲਾ ਜਾਂ ਕਿਸੇ ਗੰਦਗੀ ਨਾਲ ਭਰੇ ਹੋਏ ਜੀਵਨ ਵਾਲੇ ਕੋਲ 4 ਦਿਨ ਬੈਠੋਗੇ, ਤੁਹਾਡੇ ਮਨ ਵਿੱਚ ਬੁਰੇ ਬੁਰੇ ਖਿਆਲ ਆਪੇ ਹੀ ਆਉਣ ਲੱਗ ਜਾਣਗੇ। ਤੁਹਾਡੇ ਉੱਤੇ ਅੰਦਰ ਦਿਮਾਗ ਵਿੱਚ ਬੁਰੇ ਖਿਆਲ, ਤੁਹਾਡਾ ਧਿਆਨ ਉਸ ਪਾਸੇ ਬਦੋ ਬਦੀ ਜਾਣ ਲੱਗ ਜਾਏਗਾ, ਕਿਉਂਕਿ ਸੰਗਤ ਦਾ ਬਹੁਤ ਵੱਡਾ ਅਸਰ ਦਿਮਾਗ ਤੇ ਹੁੰਦਾ ਹੈ। ਜੈਸੀ ਸੰਗਤ ਕਰਾਂਗੇ ਰੰਗਤ ਵੈਸੀ ਹੀ ਆਉਣੀ ਹੈ। ਇਸ ਲਈ ਮਹਾਰਾਜ ਕਹਿੰਦੇ ਇਹ ਤਾਂ ਸੁਭਾਵਕ ਹੈ ਕਿ ਜੇ ਤੁਸੀਂ ਪਵਿੱਤਰ ਨਾਮ ਦਾ ਸਿਮਰਨ ਕਰੋਗੇ ਤੇ ਪਵਿੱਤਰ ਹੋ ਜਾਓਗੇ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਜਿਹੜੇ ਪਵਿੱਤਰ ਨਾਮ ਨੂੰ ਸਿਮਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ। ਹਉਮੈ ਮੈਲ ਗੁਰ ਸ਼ਬਦੇ ਧੋਵੈ, ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਹਉਮੈ ਦੀ ਮੈਲ ਨੂੰ ਚੰਗੀ ਤਰ੍ਹਾਂ ਧੋ ਦਿੰਦੇ ਨੇ। ਸ਼ਬਦ ਸਾਡੇ ਅੰਦਰ ਦੀ ਮਲ ਨੂੰ ਧੋਣ ਵਾਸਤੇ ਹੈ। ਭਾਂਡਾ ਮਲੀਨ ਹੋਇਆ ਪਿਆ, ਮੈਲ ਨਾਲ ਭਰਿਆ ਪਿਆ ਹੈ, ਔਰ ਇਹ ਮੈਲ ਕਿਤੇ ਇੱਕ ਦਿਨ ਦੀ ਨਹੀਂ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਕਾਲਾ ਹੋਆ ਸਿਆਹ, ਇਹ ਕਾਲੀ ਸ਼ਾਹੀ ਵਾਂਗੂ ਅੰਦਰ ਕਾਲਾ, ਤਾਂ ਹੀ ਤੇ ਕਰਤੂਤਾਂ ਵੀ ਕਾਲੀਆਂ ਨੇ। ਇਸੇ ਲਈ ਆਖਿਆ ਸੀ ਤੂੰ ਕਰਮ ਦੇ ਫਲ ਨੂੰ ਵੇਖ ਰਿਹਾ, ਪਰ ਜੋ ਕਰਮ ਕਰ ਰਿਹਾ ਉਹ ਨਹੀਂ ਵੇਖ ਰਿਹਾ। ਤੂੰ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ। ਤੂੰ ਬਾਹਰੋਂ ਸ਼ਾਹੀ ਦੀ ਦਵਾਤ ਵੇਖ ਰਿਹਾ, ਪਰ ਦਵਾਤ ਵਿੱਚ ਪਈ ਹੋਈ ਸ਼ਾਹੀ ਨਹੀਂ ਵੇਖ ਰਿਹਾ।
ਤੂੰ ਕਹਿੰਦਾ ਵੀ ਇਹ ਵਧੀਆ ਨਹੀਂ, ਦਵਾਤ ਪਰੇ ਕਰ ਦਿੱਤੀ ਜਿਹਦੇ ਵਿੱਚ ਸ਼ਾਹੀ ਭਰੀ ਸੀ, ਪਰ ਸ਼ਾਹੀ ਨਹੀਂ ਵਿੱਚੋਂ ਕੱਢੀ। ਉਹ ਜਿਵੇਂ ਖੂਹ ਵਿੱਚੋਂ ਬਦਬੂ ਆਉਂਦੀ ਸੀ, ਪਾਣੀ ਤਾਂ ਕੱਢੀ ਜਾਂਦੇ ਆ, ਪਰ ਉਹ ਜਿਹੜੀ ਮਰੀ ਹੋਈ ਬਿੱਲੀ ਸੀ ਉਹ ਤਾਂ ਕੱਢੀ ਨਹੀਂ ਵਿੱਚੋਂ। ਸਾਡੀ ਹਾਲਤ ਇਹ ਹੈ ਕਿ ਜਿਹਦੇ ਕਰਕੇ ਗੰਦਗੀ ਆ ਰਹੀ ਹੈ ਅਸੀਂ ਉਹ ਨਹੀਂ ਕੱਢ ਰਹੇ ਹਾਂ। ਸਾਡੇ ਅੰਦਰ ਹਉਮੈ ਦੀ ਬਿੱਲੀ ਹੈ ਜਿਹਦੇ ਕਰਕੇ ਅੰਦਰੋਂ ਬਦਬੂ ਆ ਰਹੀ ਹੈ, ਉਹ ਹਉਮੈ ਦੀ ਬਿੱਲੀ ਕੱਢਣੀ ਪੈਣੀ ਹੈ। ਹਉਮੈ ਦੀ ਗੰਦਗੀ ਅੰਦਰੋਂ ਕੱਢਣੀ ਪੈਣੀ ਆ। ਉਹ ਕਿਵੇਂ ਨਿਕਲੇਗੀ? ਸ਼ਬਦ ਦੇ ਨਾਲ। ਸ਼ਬਦ ਦਾ ਅਭਿਆਸ ਇਸੇ ਲਈ ਹੈ, ਇਹਦਾ ਰਾਗ ਦਾ ਸੁਮੇਲ ਇਸੇ ਲਈ ਹੈ ਕਿ ਤੁਸੀਂ ਰਾਗ ਦੇ ਸੁਮੇਲ ਵਿੱਚ ਸ਼ਬਦ ਨੂੰ ਗਾਓਗੇ ਤੇ ਸ਼ਬਦ ਤੁਹਾਨੂੰ ਪਿਆਰਾ ਲੱਗੇਗਾ। ਇਹ ਤੁਹਾਡੇ ਮਨ ਦੀ ਗੰਦਗੀ ਨੂੰ ਧੋ ਕੇ ਰੱਖ ਦੇਗਾ। ਰਾਤ ਇਤਿਹਾਸ ਜਿਨ੍ਹਾਂ ਨੇ ਕੱਲ ਵੀ ਸੁਣਿਆ ਤੇ ਪਰਸੋਂ ਵੀ ਸੁਣਿਆ, ਗੱਲ ਚੱਲ ਰਹੀ ਸੀ ਕਿ ਜਿਹਦੇ ਕੋਲ ਕੱਲਾ ਗਿਆਨ ਹੋਵੇ ਨਾ, ਉਹਦੇ ਅੰਦਰ ਹੰਕਾਰ ਆ ਜਾਂਦਾ ਹੈ। ਜਿਵੇਂ ਕਫ ਦਾ ਰੋਗ ਹੋਵੇ ਨਾ, ਬਲਗਮ ਜਿਹਦੇ ਅੰਦਰ ਬਣਦੀ ਹੈ, ਤੇ ਜੇ ਉਹ ਸਿੱਧਾ ਹੀ ਘਿਓ ਪੀ ਲੈਂਦਾ ਤੇ ਉਹ ਘਿਓ ਤਾਂ ਉਹਨੇ ਪੀਤਾ ਸੀ ਵੀ ਮੈਨੂੰ ਲਾਭ ਹੋਏਗਾ, ਪਰ ਹੋਇਆ ਕਿ ਨੁਕਸਾਨ ਹੋ ਗਿਆ। ਉਹ ਬਲਗਮ ਹੋਰ ਵੱਧ ਗਈ, ਬਲਗਮ ਵਧਣ ਨਾਲ ਛਾਤੀ ਜਾਮ ਹੋ ਗਈ, ਸਾਹ ਲੈਣਾ ਔਖਾ ਹੋ ਗਿਆ। ਮਹਾਰਾਜ ਕਹਿੰਦੇ ਜਿਹੜਾ ਕੱਲਾ ਗਿਆਨ ਹੈ ਨਾ, ਕੱਲਾ ਗਿਆਨ, ਇਹ ਤੁਹਾਡੇ ਹਉਮੈ ਦੀ ਬਲਗਮ ਨੂੰ ਵਧਾਉਂਦਾ ਹੈ, ਇਹ ਤੁਹਾਡੇ ਹਉਮੈ ਨੂੰ ਵਧਾਉਂਦਾ ਹੈ। ਇੱਕ ਦਿਨ ਸਾਹ ਲੈਣਾ ਬੰਦੇ ਦਾ ਔਖਾ ਹੋ ਜਾਂਦਾ ਹੈ। ਕੀ ਕਰੋ? ਜਿਹਨੂੰ ਕਫ ਦਾ ਰੋਗ ਹੈ ਨਾ, ਉਹਨੂੰ ਘਿਓ ਵਿੱਚ ਮਿਸ਼ਰੀ ਮਿਲਾ ਕੇ ਘਿਓ ਲੈਣਾ ਚਾਹੀਦਾ ਹੈ। ਉਹਨੂੰ ਘਿਓ ਵਿੱਚ ਸ਼ੱਕਰ ਮਿਲਾ ਕੇ ਉਹ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਕਫ ਦਾ ਰੋਗ ਵੱਧਦਾ ਨਹੀਂ, ਫਿਰ ਬਲਗਮ ਵੱਧਦੀ ਨਹੀਂ। ਉਹ ਘਿਓ ਤਾਂ ਉਹ ਵੀ ਹੈ ਜਿਹੜਾ ਕੱਲਾ ਪੀਤਾ, ਘਿਓ ਉਹ ਵੀ ਹੈ ਜਿਹੜਾ ਮਿਸ਼ਰੀ ਵਿੱਚ ਮਿਲਾਈ। ਮਹਾਰਾਜ ਕਹਿੰਦੇ ਕੱਲਾ ਗਿਆਨ ਤੇਰੇ ਹਉਮੈ ਦਾ ਕਾਰਨ ਬਣ ਜਾਏਗਾ, ਵਿੱਚ ਭਗਤੀ ਦੀ ਮਿਸ਼ਰੀ ਮਿਲਾ। ਭਾਵੋ ਭਗਤ ਦੀ ਮਿਸ਼ਰੀ ਮਿਲਾ ਕੇ ਤੇ ਗਿਆਨ ਅੰਦਰ ਲੈ ਕੇ ਚੱਲ, ਫਿਰ ਤੇਰੇ ਅੰਦਰ ਹਉਮੈ ਦੀ ਬਲਗਮ ਪੈਦਾ ਨਹੀਂ ਹੋਏਗੀ। ਇਹ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ। ਖੈਰ, ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਸਾਹਿਬ ਜੀ ਕਹਿੰਦੇ ਜਦੋਂ ਤੂੰ ਪਵਿੱਤਰ ਨਾਮ ਨੂੰ ਸਿਮਰੇਂਗਾ ਤੇ ਪਵਿੱਤਰ ਜੀਵਨ ਵਾਲਾ ਹੋ ਜਾਏਗਾ, ਗੁਰੂ ਦੇ ਸ਼ਬਦ ਨਾਲ ਜੁੜੇਗਾ। ਹਉਮੈ ਮੈਲ ਗੁਰ ਸ਼ਬਦੇ ਧੋਵੈ। ਤੇ ਜਿਸ ਦਿਨ ਤੂੰ ਪਵਿੱਤਰ ਨਾਮ ਨੂੰ ਸਿਮਰ ਕੇ ਪਵਿੱਤਰ ਜੀਵਨ ਵਾਲਾ ਹੋ ਜਾਏਗਾ, ਗੁਰੂ ਦੇ ਸ਼ਬਦ ਨਾਲ ਹਉਮੈ ਦੀ ਮੈਲ ਨੂੰ ਧੋ ਲਏਗਾ। ਨਿਰਮਲ ਵਾਜੈ ਅਨਹਦ ਧੁਨ ਬਾਣੀ। ਤੇਰੇ ਅੰਦਰ ਫਿਰ ਪਵਿੱਤਰ ਬਾਣੀ ਦੀ ਅਨਹਦ ਧੁਨੀ ਤੇਰੇ ਅੰਦਰ ਚੱਲਣ ਲੱਗ ਜਾਏਗੀ। ਨਾਮ ਦਾ ਰਸ ਤੇਰੇ ਅੰਦਰ ਵਰਤਣ ਲੱਗ ਜਾਏਗਾ। ਤੇ ਜਿਸ ਦਿਨ ਇਹ ਅਵਸਥਾ ਸਾਡੀ ਹੋ ਗਈ, ਦਰ ਸੱਚੈ ਸ਼ੋਭਾ ਪਾਵਣਿਆ, ਫਿਰ ਉਹਦੇ ਦਰ ਤੇ ਸਾਨੂੰ ਸੱਚੀ ਸ਼ੋਭਾ ਮਿਲੇਗੀ, ਵਡਿਆਈ ਮਿਲੇਗੀ, ਇੱਜ਼ਤ ਮਿਲੇਗੀ, ਮਾਣ ਮਿਲੇਗਾ, ਸਤਿਕਾਰ। ਫਿਰ ਸਾਨੂੰ ਮਾਲਕ ਦੇ ਘਰ ਤੋਂ ਸਾਨੂੰ ਵਡਿਆਈਆਂ ਮਿਲਣਗੀਆਂ, ਇੱਜ਼ਤ, ਪਿਆਰ, ਮਾਣ, ਸਤਿਕਾਰ ਮਿਲੇਗਾ। ਤੇ ਹਰ ਬੰਦਾ ਚਾਹੁੰਦਾ ਵੀ ਮੈਨੂੰ ਮਾਣ, ਵਡਿਆਈ, ਪਿਆਰ, ਸਤਿਕਾਰ ਮਿਲੇ। ਤੇ ਮਹਾਰਾਜ ਕਹਿੰਦੇ ਫਿਰ ਪਵਿੱਤਰ ਬਾਣੀ ਨਾਲ ਜੁੜ ਜਾ ਤੇ ਇਹ ਸ਼ਬਦ ਦਾ ਅਭਿਆਸ ਕਰਕੇ ਆਪਣੇ ਅੰਦਰ ਦੀ ਮਲ ਨੂੰ ਧੋ। ਅਰਦਾਸ ਕਰਕੇ ਦਾਤਾ ਜੀ, ਜਿੱਦਾਂ ਦਾ ਮਰਜ਼ੀ ਟਾਈਮ ਸਮਾਂ ਹੋਵੇ, ਮੈਂ ਦਿਨ ਰਾਤ ਤੁਹਾਡੇ ਗੁਣ ਗਾ ਕੇ ਆਪਣੇ ਅੰਦਰ ਨੂੰ ਪਵਿੱਤਰ 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 ਪੁਨੀਤ ਕਰਨਾ ਚਾਹੁੰਦਾ ਹਾਂ। ਤੇ ਮੇਰੇ ਤੇ ਤਰਸ ਕਰ ਦਿਓ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਹੋ
ਨਾਨਕ ਚਾਉਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਪਵਿੱਤਰ ਨਾਮ, ਪਵਿੱਤਰ ਬਾਣੀ ਸਾਡੇ ਹਿਰਦੇ ਵਿੱਚ, ਸਾਡੇ ਮਨ ਵਿੱਚ ਵਸ ਜਾਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਜੋ ਨਿਰਮਲ ਸੇਵੈ ਸੋ ਨਿਰਮਲ ਹੋਵੈ, ਹਉਮੈ ਮੈਲ ਗੁਰ ਸ਼ਬਦੇ ਧੁਵੈ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸੁਭਾ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤ